85 ਤੋਂ 90 ਸਾਲ ਦੀਆਂ ਜਿਹੜੀਆਂ ਮਾਵਾਂ ਉਹਨਾਂ ਦੇ ਕੁੱਬ ਪੈ ਚੁੱਕੇ ਨੇ, ਪਰ ਉਹ ਸਾਡੇ ਝੰਡੇ ਫੜ ਕੇ ਇੱਥੋਂ ਤੱਕ ਪਹੁੰਚੀਆਂ ਨੇ। ਜਿਵੇਂ ਕਿ ਸਾਡਾ ਅੱਜ ਹੀ ਬਾਬੇ ਨਾਨਕ ਦਾ ਦਿਨ ਹੈ, ਸਾਡਾ ਗੁਰਪੁਰਬ ਹੈ, ਤੇ ਜਿਹੜੀ ਤੁਸੀਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਵੀ ਕਿਹਾ ਕਿ ਇੱਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਤੇ ਅਸੀਂ ਉਹਨੂੰ ਇਹ ਕਹਿੰਦੇ ਆ ਵੀ ਵਿਆਹ ਕਰਵਾ ਲੈ, ਤੇਰੇ ਘਰ ਰੋਟੀ ਪੱਕਦੀ ਹੋ ਜੂਗੀ। ਮਤਲਬ ਕਿ ਔਰਤ ਨੂੰ ਹੁਣ ਤੱਕ ਰੋਟੀ ਪਕਾਉਣ ਵਾਲੀ ਤੱਕ ਦੇਖਿਆ ਜਾਂਦਾ ਰਿਹਾ ਜੀ। ਤੇ ਕੀ ਅੱਜ ਵੀ ਔਰਤਾਂ ਇੱਥੇ ਰੋਟੀ ਪਕਾਉਣ ਦੇ ਲਈ ਆਈਆਂ ਹੋਣ? ਪਰ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਹੁਣ ਆਸ ਵੱਧ ਗਈ ਕਿ ਜਿਹੜੀ ਉਹ ਸੋਟੀ ਹੈ ਉਹ ਫੜਨ ਦੇ ਕਾਬਲ ਸਾਡੀ ਨੌਜਵਾਨੀ ਹੈਗੀ ਹੈ। ਉਹ ਅੱਗੇ ਹੋ ਕੇ ਲੜ ਰਹੇ ਨੇ। ਤੁਹਾਨੂੰ ਇੱਥੇ ਆਉਣ ਦੀ ਦਿਹਾੜੀ ਕਿੰਨੀ ਮਿਲੀ ਹੈ? ਕਿਉਂਕਿ ਇੱਕ ਨਾਮ ਉਹਦਾ ਕੀ ਨਾਮ ਹੈ ਬਾਈ ਜੀ, ਦੱਸਿਓ ਕੀ ਨਾਮ ਹੈ? ਕੰਗਣਾ ਰਣੌਤ। ਮੈਂ ਇਹੀਆਂ ਜਿਹੀਆਂ ਨੂੰ ਮੈਂ ਵੈਸੇ ਦੇਖਿਆ ਨਹੀਂ ਜੀ, ਮੈਂ ਦੇਖਦਾ ਵੀ ਨਹੀਂ ਹੈ। ਐਡੇ ਵੱਡੇ ਸੰਘਰਸ਼ 'ਚੋਂ ਸਾਡਾ ਤਾਂ ਸਲੂਟ ਕਰਨਾ ਬਣਦਾ ਉਹਨਾਂ ਦੀਆਂ ਮਾਵਾਂ ਨੂੰ। ਤੇ ਮੈਨੂੰ ਇਹੀ ਦੁੱਖ ਹੈ ਕਿ ਉਹਨੇ ਇਹ ਸ਼ਬਦ ਕਹਿ ਕੇ ਆਪਦੀ ਮਾਂ ਦੀ ਕੁੱਖ ਨੂੰ ਲਾਜ ਲਾਤੀ। ਇਤਿਹਾਸ ਗਵਾਹ ਹੈ, ਹਮੇਸ਼ਾ ਇਹ ਜੰਗਾਂ ਜਿਹੜੀਆਂ ਆਈ ਲੜੀਆਂ ਜਾਂਦੀਆਂ, ਇਹਦੇ ਵਿੱਚ ਬਹੁਤ ਸ਼ਹੀਦੀਆਂ ਵੀ ਹੋਣਗੀਆਂ। ਕੁਝ ਔਰਤਾਂ ਨੇ ਸ਼ਹੀਦ ਹੋਣਾ, ਕੁਝ ਸਾਡੇ ਭੈਣਾਂ ਭਰਾਵਾਂ ਨੇ ਸ਼ਹੀਦ ਹੋਣਾ। ਇਹ ਨਹੀਂ ਹੈਗਾ ਕਿ ਅਸੀਂ ਬਹੁਤ ਉਹਨਾਂ ਸ਼ਹੀਦੀਆਂ 'ਤੇ ਨੱਚ ਰਹੇ ਹਾਂ, ਪਰ ਸਾਡਾ ਇਤਿਹਾਸ ਹੀ ਇਹੋ ਜਿਹਾ ਕਿ ਉਹ ਸ਼ਹੀਦੀਆਂ ਸਹਿਣ ਦਾ ਸਾਨੂੰ ਬਲ ਮਿਲਦਾ। ਸੈਂਟਰ ਦੇ ਵਿੱਚ ਹੀ ਬੈਠ ਜਾਂਦੇ। ਕਿੰਨੀ ਵਧੀਆ ਗੱਲ ਹੋਊਗੀ ਜੇ ਗੋਲੀ ਇੱਥੇ ਵੱਗ ਜੇ, ਪਿੱਛੇ ਲੱਗਣ ਦੀ ਬਜਾਏ ਗੋਲੀ ਸਾਹਮਣੇ ਲੱਗ ਜੇ, ਫਿਰ ਇਦੋਂ ਉੱਤੇ ਹੋਰ ਕੀ ਹੋਊਗਾ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ। ਅਸੀਂ ਹੋਵਾਂਗੇ 2 ਜਾਂ 4 ਲੋਕੋ, ਬਦਲਾ ਲਏ ਤੋਂ ਵੀ ਜਿਹੜੀ ਮੁੱਕਣੀ ਨਹੀਂ, ਐਡੀ ਲੰਬੀ ਹੈ ਸਾਡੀ ਕਤਾਰ ਲੋਕੋ। ਬਾਰਡਰ ਲਗਾਏ ਜਿਸ ਤਰ੍ਹਾਂ ਨਾਲ ਬੰਦ ਕੀਤਾ, ਇਹ ਕੋਈ ਅੱਤਵਾਦੀ ਥੋੜੀ ਹੈਗੇ ਵੀ ਜਿਹੜਾ ਨੂੰ ਤੁਸੀਂ ਜਾਨ ਤੋਂ ਰੋਕ ਰਹੇ ਹੋ। ਕਲਾਕਾਰ ਹੋਣ ਦੇ ਨਾਤੇ, ਕਿਉਂਕਿ ਕਲਾਕਾਰ ਨਰਮ ਦਿਲ ਦਾ ਹੁੰਦਾ, ਤੁਸੀਂ ਆ ਗਏ ਹੋ। ਪਰ ਕੁਝ ਕਲਾਕਾਰ ਨੇ, ਹੰਸਰਾਜ ਨੇ, ਸਨੀ ਦਿਓਲ ਨੇ, ਤੇ ਹੋਰ ਦਲੇਰ ਮਹਿੰਦੀ ਹੈ, ਉਹ ਤਾਂ ਕਹਿੰਦੇ ਜੀ ਵੀ ਇਹ ਤੇ ਸਾਰੇ ਅੱਤਵਾਦੀ ਹੈ ਜਾਂ ਫਿਰ ਇਹ ਬਹੁਤ ਹੀ ਵਧੀਆ ਵਿਲਨ ਹੈ ਜੀ, ਇਹਨਾਂ ਦਾ ਸਮਰਥਨ ਕਰੋ। ਔਰ ਸਾਡੇ, ਕਿਉਂਕਿ ਸਾਡੇ ਭਰਾ, ਸਾਡੇ ਬਾਪੂ ਬੈਠੇ ਆ, ਉਹ ਸੜਕਾਂ ਸਿਕਿਉਰ ਹੋਈਆਂ ਪਈਆਂ। 8 ਕਿਲੋਮੀਟਰ ਤੋਂ ਸਾਰੇ ਰਸਤੇ ਅਸੀਂ ਇਕੱਠੇ ਨਹੀਂ ਸੀ, ਕਿਤੇ ਅਸੀਂ 2 ਜਾਣੇ ਰਹਿ ਜਾਂਦੇ ਸੀਗੇ। ਰਸਤੇ 'ਚ ਬਜ਼ੁਰਗਾਂ ਨਾਲ ਗੱਲਾਂ ਕਰਦੇ ਆਏ ਆ, ਤੇ ਅਸੀਂ ਇਦਾਂ ਹੀ ਹੱਸਦੇ ਮੁਸਕਰਾਉਂਦੇ ਕੁਰਬਾਨੀਆਂ ਦੇਵਾਂਗੇ। ਤੇ ਹੱਕ ਉਹ ਹਰ ਹਾਲ 'ਚ ਯੈਸ ਹੋਣੀ ਆ, ਅੱਜ ਕਰ ਦੇਣ ਕੱਲ ਕਰ ਦੇਣ। ਤੇ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਵੀ ਹਜੇ ਵੀ ਜਿਹੜੇ ਮੋਦੀ ਸਾਹਿਬ ਕਿਤੇ ਨਾ ਕਿਤੇ ਡਰੇ ਹੋਏ ਆ, ਡਰਦੇ ਨੇ ਹਜੇ ਤੱਕ ਨੈਟ ਨਹੀਂ ਬੰਦ ਕੀਤਾ। ਜੇ ਕੁਛ ਸਾਡੇ ਬੱਚੇ ਭੁੱਲੇ ਭਟਕੇ ਨਸ਼ਿਆਂ ਤੇ ਲੱਗੇ ਵੀ ਸੀ, ਇਹਨਾਂ ਨੂੰ ਇਹ ਪੁੱਛਣ ਵਾਲਾ ਹੈ ਕਿ ਇਹਨਾਂ ਨੂੰ ਲਾਇਆ ਕਿਹਨੇ ਸੀ। ਡਿਗਰੀਆਂ ਲੈ ਕੇ ਬੱਚੇ ਨਸ਼ੇ ਕਰਦੇ ਸੀ। ਸਿੱਖ ਕੌਮ ਦੇ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਜਾਂ ਫਿਰ ਸਾਡੇ ਪੰਜਾਬ ਨੇ ਜਿੰਨੇ ਵੀ ਸੰਘਰਸ਼ ਲੜੇ, ਤਾਂ ਉਹਨਾਂ ਦੇ ਵਿੱਚ ਔਰਤਾਂ ਦੀ ਜੋ ਭੂਮਿਕਾ ਰਹਿੰਦੀ ਹੈ ਉਹ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਤੇ ਇਸ ਵੇਲੇ ਕਿਸਾਨੀ ਸੰਘਰਸ਼ ਚੱਲ ਰਹੇ ਨੇ। ਕੁੰਡਲੀ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ, ਜਿਸ ਦੇ ਵਿੱਚ ਔਰਤਾਂ ਵੀ ਭਰਪੂਰ ਸਹਿਯੋਗ ਦੇ ਰਹੀਆਂ ਨੇ। ਤੇ ਇਸ ਵੇਲੇ ਸਾਡੇ ਨਾਲ ਫਿਲਮੀ ਕਲਾਕਾਰ, ਅਦਾਕਾਰਾ ਮੈਡਮ ਗੁਰਪ੍ਰੀਤ ਕੌਰ ਭੰਗੂ ਜੀ ਨੇ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ਾਂ ਨੂੰ ਲੈ ਕੇ ਜਦੋਂ ਪੰਜਾਬ ਦੇ ਵਿੱਚ ਮੋਰਚੇ ਸੀਗੇ ਉਦੋਂ ਵੀ ਬੇਬਾਕ ਟਿੱਪਣੀਆਂ ਕੀਤੀਆਂ, ਬੋਲੇ ਨੇ, ਲੈਕਚਰ ਦਿੱਤੇ ਨੇ, ਅਸੀਂ ਸੁਣਿਆ ਇਹਨਾਂ ਨੂੰ। ਤੇ ਅੱਜ ਕੁੰਡਲੀ ਬਾਰਡਰ ਦੇ ਉੱਤੇ ਸਭ ਤੋਂ ਮੋਹਰੇ ਬੈਠੇ ਨੇ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਬਿਲਕੁਲ ਠੀਕ ਹੈ, ਚੜ੍ਹਦੀ ਕਲਾ। ਇਸ ਟਾਈਮ ਤਾਂ ਸੌਣ ਦਾ ਹੁੰਦਾ, 5:30 ਵਜੇ ਦਾ, ਤੁਸੀਂ ਸੁੱਤੇ ਪਏ ਹੁੰਦੇ। ਬਹੁਤ ਸਾਰੇ ਲੋਕ ਜਾਗਦੀ ਹੈ। ਅਸੀਂ ਇੱਕ ਇੰਟਰਵਿਊ ਵੀ ਕੀਤੀ ਘੰਟਾ ਪਹਿਲਾਂ, ਜਦੋਂ ਅਸੀਂ ਆਉਂਦੇ ਹਾਂ 4:30 ਵਜੇ, ਉਦੋਂ ਵੀ ਤੁਸੀਂ ਬਿਲਕੁਲ ਬੈਠੇ ਸੀ ਇੱਥੇ ਜੀ। ਮੈਨੂੰ ਐਂ ਲੱਗਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਜਿਹੜੇ ਪੰਜਾਬ ਜਾਂ ਹਰਿਆਣਾ, ਰਾਜਸਥਾਨ ਦੇ ਲੋਕ ਹੈ, ਉਹਨਾਂ ਨੂੰ ਨੀਂਦ ਆ ਹੀ ਨਹੀਂ ਸਕਦੀ, ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ
ਉਹਨਾਂ ਨੇ ਤਾਂ 1947 ਤੋਂ ਲੈ ਕੇ ਹੁਣ ਤੱਕ ਹੀ ਖੈਰ, ਪਰ 2 ਮਹੀਨਿਆਂ ਤੋਂ ਸਾਡੇ ਲੋਕਾਂ ਦੀ ਨੀਂਦ ਹੀ ਹਰਾਮ ਕਰ ਦਿੱਤੀ ਹੈ, ਤੇ ਨੀਂਦ ਕਿਵੇਂ ਆ ਸਕਦੀ ਹੈ। ਅਸੀਂ ਉਸ ਸੰਘਰਸ਼ ਦੇ ਮੱਦੇਨਜ਼ਰ ਹੀ ਅਸੀਂ ਕੁਝ ਔਰਤਾਂ ਜਿਹੜੀਆਂ ਮੇਰੇ ਨਾਲ, ਮੇਰੇ ਸੀਨੀਅਰ ਭੈਣ ਜੀ ਦਵੀ ਅਨੀਤਾ, ਸਾਡੀ ਆਰਟਿਸਟ ਬਹੁਤ ਪਿਆਰੀ, ਜਿਹੜੀ ਹੁਣ ਤੱਕ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਨਾਟਕ ਕਰ ਰਹੀ ਹੈ, ਤੇ ਰਮਨ ਤੂਰ, ਜਾਂ ਸਾਡੇ ਨਾਲ ਹੀ ਸਰਦਾਰ ਸਵਰਨ ਸਿੰਘ ਭੰਗੂ, ਇੱਥੋਂ ਇਕੱਠੇ ਹੋ ਕੇ ਇਸੇ ਕਰਕੇ ਆਏ ਹਾਂ ਕਿ ਸਾਡੇ ਵੀ ਫਰਜ਼ ਬਣਦੇ ਨੇ। ਇਹ ਕੋਈ ਐਡੀ ਗੱਲ ਨਹੀਂ ਸਾਡੀ, ਤਾਂ ਫਿਰ ਵੀ ਕੁਛ ਅਸੀਂ ਉਸ ਪੜਾਅ 'ਤੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀਆਂ 85 ਤੋਂ 90 ਸਾਲ ਦੀਆਂ ਜਿਹੜੀਆਂ ਮਾਵਾਂ, ਜਿਨ੍ਹਾਂ ਦੀਆਂ ਜਿਹੜੀ ਉਹਨਾਂ ਦੇ ਕੁੱਬ ਪੈ ਚੁੱਕੇ ਨੇ, ਪਰ ਉਹ ਸਾਡੇ ਝੰਡੇ ਫੜ ਕੇ ਇੱਥੋਂ ਤੱਕ ਪਹੁੰਚੀਆਂ ਨੇ। ਸਾਡਾ ਆਉਣਾ ਤਾਂ ਫਿਰ ਬਣਦਾ ਹੀ ਹੈ। ਤੇ ਬਾਕੀ ਅਸੀਂ ਹਮੇਸ਼ਾ ਲਹਿਰਾਂ ਨਾਲ ਜੁੜੇ ਹੋਏ ਹਾਂ। ਹੱਕ ਸੱਚ ਦੀ ਆਵਾਜ਼ ਹੈ ਜਿਹੜੀ, ਉਹ ਇਹ ਨਹੀਂ ਕਿ ਇਕੱਲੇ ਸਾਡੇ ਜਿਹੜੇ ਮਰਦ ਹੈ ਜਾਂ ਸਾਡੇ ਭਰਾ ਹੈ ਜਾਂ ਸਾਡੇ ਪਾਰਟਨਰ ਨੇ ਉਹ ਹੀ ਉਠਾ ਰਹੇ ਨੇ, ਕਿਉਂਕਿ ਹੁਣ ਤੱਕ ਸਾਡਾ ਇਤਿਹਾਸ ਗਵਾਹ ਹੈ ਕਿ ਜਦੋਂ ਤੱਕ ਔਰਤ ਉਹਦੇ ਬਰਾਬਰ ਦਾ ਸਾਥ ਨਹੀਂ ਦਿੰਦੀ, ਹੁਣ ਤੱਕ ਜਿੰਨੀਆਂ ਵੀ ਆਜ਼ਾਦੀ ਦੀਆਂ ਲੜਾਈਆਂ ਜਾਂ ਜੰਗਾਂ ਲੜੀਆਂ ਗਈਆਂ ਨੇ, ਉਹਦੇ ਵਿੱਚ ਔਰਤਾਂ ਨੇ ਵੱਧ ਚੜ ਕੇ ਹਿੱਸਾ ਪਾਇਆ। ਜਿਵੇਂ ਕਿ ਸਾਡਾ ਅੱਜ ਹੀ ਬਾਬੇ ਨਾਨਕ ਦਾ ਦਿਨ ਹੈ, ਸਾਡਾ ਗੁਰਪੁਰਬ ਹੈ, ਤੇ ਜਿਹੜੀ ਤੁਸੀਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਵੀ ਕਿਹਾ ਕਿ ਇੱਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਇਹ ਉਸੇ ਦਾ ਇੱਕ ਹਿੱਸਾ ਹੈ। ਇਹ ਸਰਕਾਰਾਂ ਇਹ ਦਰਦ ਜਾਣਨ ਵਾਲੀਆਂ ਨਹੀਂ, ਇਹਨਾਂ ਨੂੰ ਜਿਹੜਾ ਦਰਦ ਹੈ ਉਹਦਾ ਅਹਿਸਾਸ ਕਰਾਉਣਾ ਪੈਂਦਾ। ਅੱਜ ਅਸੀਂ ਔਰਤਾਂ ਵੀ ਉਸੇ ਅਹਿਸਾਸ ਕਰਾਉਣ ਦੇ ਲਈ ਇੱਥੇ ਆਈਆਂ, ਤੇ ਅਸੀਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ। ਸਾਡਾ ਇਹ ਫਰਜ਼ ਵੀ ਬਣਦਾ। ਕੋਈ ਐਡੀ ਗੱਲ ਨਹੀਂ ਹੈਗੀ ਕਿ ਅਸੀਂ ਬਹੁਤ ਇਹ ਮਾਰਕਾਂ ਮਾਰ ਰਹੇ ਹਾਂ। ਸਾਡੀਆਂ ਉਹ ਮਾਵਾਂ ਭਾਈ ਜਿਹੜੀਆਂ ਮਾਈ ਭਾਗੋ ਦੀਆਂ ਵਾਰਸ, ਗਦਰੀ ਗੁਲਾਬ ਕੌਰ ਦੀਆਂ ਵਾਰਸ, ਤੇ ਸਾਨੂੰ ਵੀ ਐਂ ਲੱਗਦਾ ਕਿ ਅਸੀਂ ਉਸ ਇਤਿਹਾਸ ਦੀਆਂ ਵਾਰਸਾਂ, ਤੇ ਸਾਨੂੰ ਵੱਧ ਤੋਂ ਵੱਧ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ। ਬਿਲਕੁਲ। ਸੋ ਉਹਨਾਂ ਲੋਕਾਂ ਨੂੰ ਫਿਰ ਅਸੀਂ ਹੁਣ ਕਿਵੇਂ ਕੀ ਕਹੀਏ, ਜਾਂ ਉਹਦੇ ਵਿੱਚ ਮੈਂ ਵੀ ਸ਼ਾਮਿਲ ਹੋ ਸਕਦਾ, ਸਾਡੇ ਵੀਰ ਵੀ ਹੋ ਸਕਦਾ ਗਲਤ ਫਹਿਮੀ ਹੋਵੇ ਸਾਡੀ, ਕਿਉਂਕਿ ਜਦੋਂ ਕੋਈ ਬੱਚਾ ਕੁਆਰਾ ਹੁੰਦਾ ਨਾ ਜੀ, ਤੇ ਉਹਦੇ ਵਿਆਹਣ ਦੀ ਉਮਰ ਹੁੰਦੀ ਹੈ, ਤੇ ਅਸੀਂ ਉਹਨੂੰ ਇਹ ਕਹਿੰਦੇ ਆ ਵੀ ਵਿਆਹ ਕਰਵਾ ਲੈ, ਤੇਰੇ ਘਰ ਰੋਟੀ ਪੱਕਦੀ ਹੋ ਜੂਗੀ। ਮਤਲਬ ਕਿ ਔਰਤ ਨੂੰ ਹੁਣ ਤੱਕ ਰੋਟੀ ਪਕਾਉਣ ਵਾਲੀ ਤੱਕ ਦੇਖਿਆ ਜਾਂਦਾ ਰਿਹਾ ਜੀ। ਤੇ ਕੀ ਅੱਜ ਵੀ ਔਰਤਾਂ ਇੱਥੇ ਰੋਟੀ ਪਕਾਉਣ ਦੇ ਲਈ ਆਈਆਂ ਹੋਈਆਂ? ਨਹੀਂ, ਇਕੱਲੀ ਰੋਟੀ ਪਕਾਉਣ ਨਹੀਂ, ਰੋਟੀ ਉਹ ਇੱਕ ਜ਼ਰੀਆ ਨੇ ਢਿੱਡ ਭਰਨ ਦਾ, ਉਹ ਬਰਾਬਰ ਦਾ ਕੰਮ ਕਰ ਰਹੀਆਂ ਨੇ। ਇਹ ਗੱਲ ਨਹੀਂ, ਜੇ ਇਹ ਗੱਲ ਹੁੰਦੀ ਤਾਂ ਉਹ ਇੱਥੇ ਪਹੁੰਚਦੀਆਂ ਨਾ, ਜੇ ਉਹਨਾਂ ਦੀ ਇਹ ਸਮਝ ਹੁੰਦੀ। 2 ਮਹੀਨਿਆਂ ਦੇ ਵਿੱਚ ਇਹ ਇੱਕ ਮੈਨੂੰ ਇਹ ਲੱਗਦਾ ਕਿ ਸਕੂਲਿੰਗ ਹੋਈ ਆ ਉਹਨਾਂ ਦੀ, ਜਿਹੜੀ ਹੁਣ ਤੱਕ ਹੁੰਦੀ ਵੀ ਆਈ ਹੈ। ਕੁਛ ਔਰਤਾਂ ਉਦੋਂ ਤੋਂ ਜੁੜੀਆਂ ਵੀ ਰਹੀਆਂ ਨੇ, ਜਿਵੇਂ ਕੁਛ ਸੂਝਵਾਨ ਔਰਤਾਂ ਜਿਹੜੀਆਂ ਅਸੀਂ ਤੁਹਾਡੇ ਸਾਹਮਣੇ ਬੈਠੀਆਂ, ਕੁਛ ਨੇ ਪੜ੍ਹਾਈ ਲਿਖਾਈ ਕੀਤੀ ਹੈ, ਪਰ ਕੁਛ ਸਾਡੀਆਂ ਮਾਵਾਂ ਇਹੋ ਜਿਹੀਆਂ ਜਿਹੜੀਆਂ ਸਾਡੇ ਇਤਿਹਾਸ ਤੋਂ ਸਿੱਖੀਆਂ ਨੇ। ਇਹ ਨਹੀਂ ਹੈਗੀਆਂ ਕਿ ਉਹ ਇਕੱਲੀ ਰੋਟੀ ਪਕਾਉਣ ਵਾਲੀਆਂ ਔਰਤਾਂ ਨੇ, ਬਿਲਕੁਲ ਨਹੀਂ। ਪਰ ਜਿਹੜੀ ਤੁਸੀਂ ਇੱਕ ਗੱਲ ਹੋਰ ਕਹੀ ਹੈ ਕਿ ਇਹ ਵਿਆਹ ਦੀ ਉਮਰ, ਪਰ ਅਸੀਂ ਉਹ ਮਾਵਾਂ ਜਿਹੜੀਆਂ ਅਸੀਂ ਆਪਦੇ ਬੱਚਿਆਂ ਨੂੰ ਕਰਤਾਰ ਸਿੰਘ ਸਰਾਭੇ ਦੀ ਕਹਾਣੀ ਸੁਣਾਈ ਹੈ, ਜਿਹਨੇ 17 ਸਾਲ ਦੀ ਉਮਰ ਦੇ ਵਿੱਚ ਲਾੜੀ ਮੌਤ ਨੂੰ ਵਿਆਹਿਆ। ਫਿਰ ਸਾਡਾ ਭਗਤ ਸਿੰਘ, ਅਸੀਂ ਇਕੱਲੀ ਇਹੀ ਨਹੀਂ, ਵਿਆਹ ਉਹਨਾਂ ਨੇ ਮੌਤ ਨਾਲ ਵੀ ਕਰਾ ਲਿਆ। ਜਦੋਂ ਕੋਈ ਸੰਘਰਸ਼ ਲੜੇ ਜਾਂਦੇ ਨੇ, ਸਾਡੀਆਂ ਮਾਵਾਂ ਵੀ ਉਨੀਆਂ ਮਹਾਨ ਹੁੰਦੀਆਂ ਨੇ। ਉਹਨਾਂ ਦੀਆਂ ਕੁੱਖਾਂ ਵਿੱਚੋਂ ਭਗਤ ਸਰਾਭੇ ਜਿਹੜੇ ਪੈਦਾ ਹੋਏ ਨੇ, ਤੇ ਅੱਜ ਮੈਨੂੰ ਬੜਾ ਮਾਣ ਦੀ ਗੱਲ ਹੈ, ਮਹਿਸੂਸ ਹੋਈ ਹੈ ਕਿ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ, ਉਹ ਸਾਡੇ ਬਾਬਿਆਂ ਤੋਂ ਅੱਗੇ ਲੱਗ ਕੇ ਅਗਵਾਈ ਕਰ ਰਹੀ ਹੈ। ਭਾਵੇਂ ਬਾਬੇ ਅਗਵਾਈ ਕਰ ਰਹੇ ਨੇ, ਪਰ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਹੁਣ ਆਸ ਵੱਜ ਗਈ ਕਿ ਜਿਹੜੀ ਉਹ ਸੋਟੀ ਹੈ, ਉਹ ਫੜਨ ਦੇ ਕਾਬਲ ਸਾਡੀ ਨੌਜਵਾਨੀ ਹੈਗੀ ਹੈ। ਉਹ ਅੱਗੇ ਹੋ ਕੇ ਲੜ ਰਹੇ ਨੇ। ਹੁਣ ਇਹ ਸਾਡੇ ਕੋਲ ਇੱਕ ਬੱਚਾ ਬੈਠਾ ਸੀ 20 ਸਾਲ ਦਾ, ਜਦੋਂ ਅਸੀਂ ਆਉਂਦੇ ਹਾਂ ਸਾਨੂੰ ਬੜਾ ਚੰਗਾ ਲੱਗਿਆ। ਹਰਕੀਰਤ ਸਿੰਘ ਸੀ ਉਸ ਬੱਚੇ ਦਾ ਨਾਂ। ਉਹਨੇ ਸਾਨੂੰ ਖੁਦ ਦੱਸਿਆ ਕਿ ਮੈਂ ਸਭ ਤੋਂ ਪਹਿਲਾਂ ਇਹ BJP ਦੀ ਜਿਹੜੀ ਪਾਰਟੀ ਹੈ ਉਹ ਜੁਆਇਨ ਕਰ ਲਈ ਸੀ। ਅਸੀਂ ਆਖਿਆ ਵੀ ਹੁਣ ਕੀ ਹੋ ਗਿਆ? ਕਹਿੰਦਾ ਹੁਣ ਮੈਨੂੰ ਇਹ ਲੱਗਿਆ ਕਿ ਇੰਨਾ ਤਸ਼ੱਦਦ, 2 ਮਹੀਨੇ ਹੋ ਗਏ ਸਾਡੀ ਗੱਲ ਹੀ ਨਹੀਂ ਕੋਈ ਸੁਣ ਰਿਹਾ। ਕਹਿੰਦਾ ਮੈਨੂੰ ਕਿਸੇ ਨੇ ਨਹੀਂ ਕਿਹਾ, ਮੈਂ ਉਹ ਸਾਰਾ ਕੁਝ ਦੇਖ ਕੇ ਆਪਣੇ ਆਪ ਅੱਜ ਇਸ ਸੰਘਰਸ਼ ਦੇ ਵਿੱਚ ਕੁੱਦਿਆਂ ਤੇ ਉਸ ਪਾਰਟੀ ਨੂੰ ਅਸਤੀਫਾ ਦੇ ਕੇ ਆਇਆ। ਤੇ ਇਦੋਂ ਵੱਡੀ ਹੋਰ ਮਾਣ ਵਾਲੀ ਗੱਲ ਸਾਡੇ ਮਾਵਾਂ ਲਈ ਕੀ ਹੋ ਸਕਦੀ ਹੈ? ਬਿਲਕੁਲ ਜੀ। ਮੈਡਮ, ਤੁਹਾਨੂੰ ਇੱਥੇ ਆਉਣ ਦੀ ਦਿਹਾੜੀ ਕਿੰਨੀ ਮਿਲੀ ਹੈ? ਕਿਉਂਕਿ ਇੱਕ ਨਾਮ ਉਹਦਾ ਕੀ ਨਾਮ ਹੈ ਬਾਈ ਜੀ, ਦੱਸਿਓ ਕੀ ਨਾਮ ਹੈ? ਕੰਗਣਾ ਰਣੌਤ। ਮੈਂ ਇਹੀਆਂ ਜਿਹੀਆਂ ਨੂੰ ਮੈਂ ਵੈਸੇ ਦੇਖਿਆ ਨਹੀਂ ਜੀ, ਮੈਂ ਦੇਖਦਾ ਵੀ ਨਹੀਂ ਆ। ਤੁਹਾਡੀਆਂ ਫਿਲਮਾਂ ਤਾਂ ਦੇਖ ਲਈਆਂ ਜੀ, ਇਹ ਵਧੀਆ ਹੁੰਦੀਆਂ। ਤੇ ਉਹਨੇ ਕਿਹਾ ਕਿ ਨਹੀਂ 100 ਰੁਪਏ ਦਿਹਾੜੀ ਲੈ ਕੇ ਮਤਲਬ ਕਿ ਇੱਥੇ ਆ ਰਹੀਆਂ। ਮੈਨੂੰ ਇਹ ਲੱਗਦਾ ਕਿ ਮੈਂ ਕੋਈ ਇਹੋ ਜਿਹੇ ਸ਼ਬਦ ਤਾਂ ਨਹੀਂ ਬੋਲੂੰਗੀ। ਇਹ ਹਰ ਬੰਦੇ ਦਾ ਲੈਵਲ ਪਰਖਿਆ ਜਾਂਦਾ। ਐਡੇ ਵੱਡੇ ਸੰਘਰਸ਼ ਚੋਂ ਸਾਡਾ ਤਾਂ ਸਲੂਟ ਕਰਨਾ ਬਣਦਾ ਉਹਨਾਂ ਦੀਆਂ ਮਾਵਾਂ ਨੂੰ। ਤੇ ਮੈਨੂੰ ਇਹੀ ਦੁੱਖ ਹੈ ਕਿ ਉਹਨੇ ਇਹ ਸ਼ਬਦ ਕਹਿ ਕੇ ਆਪਦੀ ਮਾਂ ਦੀ ਕੁੱਖ ਨੂੰ ਲਾਜ ਲਾਤੀ। ਇਦੋਂ ਵੱਡੀ ਗੱਲ ਮੈਂ ਕੁਛ ਨਹੀਂ ਕਹਿ ਸਕਦੀ, ਕਿਉਂਕਿ ਸਮਝ ਹੈ
ਉਹਦੀ ਸਮਝ ਨੇ ਫਿਰ ਸਾਰਿਆਂ ਤੋਂ ਥੂ ਥੂ ਵੀ ਕਰਵਾਤੀ। ਇਸ ਕਰਕੇ ਸਾਨੂੰ ਇਹੋ ਜਿਹੀਆਂ ਗੱਲਾਂ ਮਨ ਨੂੰ ਨਹੀਂ ਲਾਉਣੀਆਂ ਚਾਹੀਦੀਆਂ। ਬਹੁਤ ਗੱਲਾਂ ਹੁਣ ਵੀ ਉੱਠਣਗੀਆਂ, ਬਹੁਤ ਲੋਕ ਸਾਨੂੰ ਵੀ ਕਹਿਣਗੇ। ਦੇਖੋ ਬਹੁਤ ਲੋਕ ਇਹ ਵੀ ਹੁੰਦਾ ਵੀ ਉਹ ਆਪਦੇ ਉੱਥੇ ਨੰਬਰ ਬਣਾਉਣ ਗਏ ਨੇ, ਪਰ ਅਸੀਂ ਲੋਕਾਂ ਨੂੰ ਕਿਉਂ ਜਵਾਬਦੇ ਹਾਂ? ਅਸੀਂ ਆਪਣੀ ਜ਼ਮੀਰ ਨੂੰ ਜਵਾਬਦੇ ਹਾਂ। ਮਰੀਆਂ ਜ਼ਮੀਰਾਂ ਵਾਲੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਨੇ। ਇਹ ਇਤਿਹਾਸ ਵੀ ਗਵਾਹ ਹੈ ਕਿ ਜਦੋਂ ਤੱਕ ਲੜਾਈਆਂ ਲੜੀਆਂ ਜਾਂਦੀਆਂ ਨੇ, ਜਦੋਂ ਵੀ ਕੋਈ ਯੁੱਧ ਛੜਿਆ ਹੈ, ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਆਈਆਂ। ਇਹ ਗੱਲ ਮਨ ਨੂੰ ਲਾਉਣ ਵਾਲੀ ਨਹੀਂ। ਇਹਨਾਂ ਗੱਲਾਂ ਵੱਲੋਂ ਧਿਆਨ ਹਟਾ ਕੇ ਜਿਹੜਾ ਸਾਡਾ ਅਸਲੀ ਮੁੱਦਾ ਹੈ, ਜਿਹੜਾ ਸਾਡਾ ਨਿਸ਼ਾਨਾ ਹੈ, ਸਾਨੂੰ ਉਸ ਨਿਸ਼ਾਨੇ ਨੂੰ ਸਿੱਧਤ ਹੋਣਾ ਚਾਹੀਦਾ। ਤੇ ਅੱਜ ਬਾਬੇ ਨਾਨਕ ਦਾ ਦਿਨ ਹੈ। ਬਾਬਾ ਨਾਨਕ ਜੋ ਸਾਨੂੰ ਕਹਿ ਗਿਆ, ਅਸੀਂ ਫਿਰ ਖੜੇ ਹਾਂ ਹੁਣ। ਬਿਲਕੁਲ। ਮੈਨੂੰ ਇਹ ਲੱਗਦਾ ਕਿ ਬਾਬੇ ਨਾਨਕ ਨੂੰ ਕੱਲਾ ਮੱਥਾ ਟੇਕਣ ਨਾਲੋਂ ਜੋ ਬਾਬੇ ਨਾਨਕ ਨੇ ਗੱਲ ਕਹੀ ਹੈ, ਸਾਨੂੰ ਉਹ ਅੱਜ ਲਾਗੂ ਕਰਨ ਦੀ ਲੋੜ ਹੈ। ਤੇ ਦੇਖੋ ਅੱਜ ਕੱਲਾ ਪੰਜਾਬ ਹੀ ਨਹੀਂ, ਹਰਿਆਣਾ, ਦਿੱਲੀ ਦੇ ਲੋਕ ਤੇ ਰਾਜਸਥਾਨ, ਕਿੱਥੋਂ ਕਿੱਥੋਂ ਲੋਕ ਆਏ ਨੇ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਤੇ ਹੁਣ ਮੈਨੂੰ ਐ ਲੱਗਦਾ ਕਿ ਹੁਣ ਕੋਈ ਗੁੰਜਾਇਸ਼ ਨਹੀਂ ਕਿ ਇਹ ਜਿਹੜੀ ਜੰਗ ਹੈ ਕਿਸੇ ਲੋਟ ਵੀ ਹਾਰੀ ਜਾਊਗੀ। ਇਹ ਜੰਗ ਹਮੇਸ਼ਾ ਜਿੱਤਾਂਗੇ ਤੇ ਜੰਗ ਜਿੱਤੀ ਵੀ ਜਾਊਗੀ। ਜੀ ਬਿਲਕੁਲ, ਇਹ ਸਭਨਾਂ ਨੂੰ ਉਮੀਦ ਹੈ ਤੇ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹੈ। ਤੇ ਮੈਡਮ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਮੈਂ ਨਿੱਜੀ ਤੌਰ ਤੇ ਦੇਖਾਂ ਤਾਂ ਮੈਂ ਇਸ ਤਰ੍ਹਾਂ ਦੇਖਦਾ ਸੀਗਾ ਵੀ 10 ਕੁ ਸਾਲ ਹੋਰ ਨੇ ਜਦੋਂ ਜਿਹੜੀਆਂ ਤੁਹਾਡੇ ਉਮਰ ਦੀਆਂ ਮਾਤਾਵਾਂ ਹੋਣਗੀਆਂ ਆਪਣੇ ਪੋਤਿਆਂ ਨੂੰ ਕਹਾਣੀਆਂ ਸੁਣਾਇਆ ਕਰਨਗੀਆਂ, ਬਹਾਦਰੀ ਦੇ ਕਿੱਸੇ ਸੁਣਾਇਆ ਕਰਨਗੀਆਂ। ਪਰ ਅੱਜ ਕੱਲ੍ਹ ਦੀਆਂ ਮਾਵਾਂ ਵੀ ਹੁਣ ਤਾਂ ਬਸ ਕਹਾਣੀ ਘਰ ਘਰ ਕੀ ਜਾਂ ਕਭੀ ਸਾਸ ਵੀ ਬਹੁਤ ਹੀ ਅਜਿਹੇ ਸੀਰੀਅਲ ਦੇਖਦੀਆਂ। ਪਰ ਮੈਨੂੰ ਲੱਗਦਾ ਜੋ ਇਹ ਸੰਘਰਸ਼ ਤੁਰਿਆ ਮੁੜ ਤੋਂ ਫਿਰ ਉਹ ਮਾਵਾਂ ਪੈਦਾ ਹੋਣਗੀਆਂ ਜਾਂ ਪੈਦਾ ਹੁਣ ਉਹਨਾਂ ਦੇ ਅੰਦਰ ਇੱਕ ਮਾਂ ਨੇ ਨਵਾਂ ਜਨਮ ਲਿਆ। ਜੇ ਉਹ ਇਹ ਦੇਖਦੀ ਵੀ ਸੀ ਨਾਟਕ, ਮੈਂ ਕਹਿੰਦਾ ਉਹ ਛੱਡ ਕੇ ਹੁਣ ਇੱਕ ਨਵੀਂ ਮਾਂ ਜੰਮ ਚੁੱਕੀ ਹੈ ਜੀ। ਨਹੀਂ, ਇਹ ਨਹੀਂ ਹੁੰਦਾ ਵੀ ਸਾਰਾ ਕੁਝ ਹੀ ਵਿਗੜ ਚੁੱਕਿਆ ਹੁੰਦਾ। ਉਹਦੇ ਵਿੱਚ ਜੇ ਕੁਝ ਲੋਕ ਚੰਗੇ ਖੜੇ ਹੁੰਦੇ ਨੇ, ਮੈਂ ਤਾਂ ਇਹੀ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਜਿਹੜੇ ਸਾਡੇ ਆਗੂ ਨੇ ਉਹਨਾਂ ਨੇ ਸਕੂਲਿੰਗ ਕਰੀ ਸਾਡੇ ਬੱਚਿਆਂ ਦੀ, ਜਾਂ ਉਹਨਾਂ ਦੀ ਸਕੂਲਿੰਗ ਦੀ ਸਦਕਾ ਅੱਜ ਬੱਚੇ ਅੱਗੇ ਆਏ ਆ, ਜਾਂ ਫਿਰ ਇਹ ਸਾਡੀ ਹਾਲਤ ਹੀ ਇਹੋ ਜਿਹੀ ਕਰਤੀ ਕਿ ਜਦੋਂ ਨੱਕ 'ਚ ਦਮ ਆ ਜਾਂਦਾ ਉਦੋਂ ਜ਼ਰੂਰ ਯੂਥ ਹੈ ਜਿਹੜਾ ਉੱਠਦਾ ਹੈ। ਉਹ ਸਮਾਂ ਆ ਗਿਆ। ਹੁਣ ਸਮਾਂ ਇਹ ਆ ਗਿਆ ਕਿ ਜਦੋਂ ਆਤੀ ਹੋ ਗਈ ਤਾਂ ਲੋਕ ਆਪਦੇ ਘਰਾਂ ਚੋਂ ਨਿਕਲੇ ਨੇ। ਨਹੀਂ, ਕਿਸੇ ਦਾ ਜੀ ਨਹੀਂ ਕਰਦਾ ਇੰਨੀ ਸਰਦੀ ਦੇ ਵਿੱਚ। ਮੈਨੂੰ ਲੱਗਦਾ ਬਹੁਤ ਸਾਰੇ ਘਰਾਂ ਦੇ ਵਿੱਚ ਤਾਂ ਕੋਈ ਬੰਦਾ ਹੀ ਨਹੀਂ ਰਿਹਾ, ਕੱਲੀਆਂ ਇੱਕ ਦੋ ਔਰਤਾਂ ਬੈਠੀਆਂ ਨੇ। ਉਹ ਸਾਰੇ ਘਰਾਂ ਨੂੰ ਜਿੰਦਾ ਲਾ ਕੇ ਇੱਥੇ ਪਹੁੰਚ ਗਏ। ਘਰ ਕਿਹੜੇ, ਜਦ ਘਰ ਉਜਾੜਨ ਤੇ ਸਰਕਾਰਾਂ ਆ ਗਈਆਂ ਤੇ ਫਿਰ ਤਾਂ ਅਸੀਂ ਬਸਣ ਦੇ ਲਈ ਇਹ ਸੰਘਰਸ਼ ਕਰ ਰਹੇ ਹਾਂ। ਇਹ ਕੋਈ ਐਡੀ ਉਦਾਸ ਹੋਣ ਵਾਲੀ ਗੱਲ ਨਹੀਂ। ਇਤਿਹਾਸ ਗਵਾਹ ਹੈ ਹਮੇਸ਼ਾ ਇਹ ਜੰਗਾਂ ਜਿਹੜੀਆਂ ਆਈ ਲੜੀਆਂ ਜਾਂਦੀਆਂ। ਇਹਦੇ ਵਿੱਚ ਬਹੁਤ ਸ਼ਹੀਦੀਆਂ ਵੀ ਹੋਣਗੀਆਂ। ਕੁਝ ਔਰਤਾਂ ਨੇ ਸ਼ਹੀਦ ਹੋਣਾ, ਕੁਝ ਸਾਡੇ ਭੈਣਾਂ ਭਰਾਵਾਂ ਨੇ ਸ਼ਹੀਦ ਹੋਣਾ। ਇਹ ਨਹੀਂ ਹੈਗਾ ਕਿ ਅਸੀਂ ਬਹੁਤ ਉਹਨਾਂ ਸ਼ਹੀਦੀਆਂ ਤੇ ਨੱਚ ਰਹੇ ਹਾਂ, ਪਰ ਸਾਡਾ ਇਤਿਹਾਸ ਹੀ ਇਹੋ ਜਿਹਾ ਕਿ ਉਹ ਸ਼ਹੀਦੀਆਂ ਸਹਿਣ ਦਾ ਸਾਨੂੰ ਬਲ ਮਿਲਦਾ। ਬਿਲਕੁਲ 8 ਕਿਲੋਮੀਟਰ ਚੱਲ ਕੇ ਤੁਸੀਂ ਇੱਥੇ ਤੱਕ ਆ ਗਏ ਹੋ, ਬਿਲਕੁਲ ਫਰੰਟ ਤੇ ਬੈਠ ਗਏ ਹੋ। ਉੱਥੇ ਬੈਠੇ ਹੋ ਜਿੱਥੇ ਐਂਬੂਲੈਂਸਾਂ ਲਗਾਈਆਂ ਗਈਆਂ ਨੇ ਸਰਕਾਰੀ, ਇੱਥੇ 10-15 ਐਂਬੂਲੈਂਸ ਖੜੀਆਂ ਨੇ। ਮਤਲਬ ਕਿ ਜੇ ਹਾਲਾਤ ਵਿਗੜਦੇ ਨੇ ਤਾਂ ਸਭ ਤੋਂ ਪਹਿਲਾਂ ਗੋਲੀ ਇੱਥੇ ਆ ਕੇ ਵੱਜਣੀ ਹੈ ਜੀ, ਸੈਂਟਰ ਦੇ ਵਿੱਚ ਹੀ ਬੈਠ ਜਾਂਦੀ। ਕਿੰਨੀ ਵਧੀਆ ਗੱਲ ਹੋਊਗੀ ਜੇ ਗੋਲੀ ਇੱਥੇ ਵੱਜ ਜੇ, ਪਿੱਛੇ ਲੱਗਣ ਦੀ ਬਜਾਏ ਗੋਲੀ ਸਾਹਮਣੇ ਲੱਗ ਜੇ, ਫਿਰ ਇਦੋਂ ਉੱਤੇ ਹੋਰ ਕੀ ਹੋਊਗਾ, ਹੈ ਨਾ? ਮੈਨੂੰ ਤਾਂ ਲੱਗਦਾ ਹੋਵੇ ਸ਼ੁਰੂ ਫਿਰ ਕਦੋਂ ਕਰਦੇ ਆ ਇਹ। ਪਰ ਇਹ ਇੰਨਾ ਸੌਖਾ ਨਹੀਂ ਹੁੰਦਾ ਕਿਉਂਕਿ ਕੱਲੀ ਲਾਈਨ ਆ 2-4 ਦੀ ਨਹੀਂ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ। ਅਸੀਂ ਹੋਵਾਂਗੇ 2 ਜਾਂ 4 ਲੋਕੋ, ਬਦਲਾ ਲਏ ਤੋਂ ਵੀ ਜਿਹੜੀ ਮੁੱਕਣੀ ਨਹੀਂ। ਐਡੀ ਲੰਬੀ ਹੈ ਸਾਡੀ ਕਤਾਰ ਲੋਕੋ। ਤਾੜੀਆਂ ਜ਼ਰੂਰ ਲਾ ਦਿਓ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸੋ ਪੂਰੀ ਤਰ੍ਹਾਂ ਦੇ ਨਾਲ ਮੈਡਮ ਦੇ ਹੌਸਲੇ ਜਿਹੜੇ ਬੁਲੰਦ ਨੇ। ਸਾਡੇ ਨਾਲ ਹੋਰ ਵੀ ਮੈਡਮ ਹੈਗੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਜੀ? ਬਿਲਕੁਲ ਜੀ, ਬਹੁਤ ਵਧੀਆ। ਅੱਜ ਨਾਲ ਹੀ ਡਿਊਟੀ ਦੇਣ ਆਏ? ਬਿਲਕੁਲ ਡਿਊਟੀ ਨਹੀਂ, ਇਹ ਸਾਡਾ ਬੜੇ ਲੰਬੇ ਸਮੇਂ ਤੋਂ ਅਸੀਂ ਇਕੱਠੇ ਕੰਮ ਕੀਤਾ ਜੀ। ਰੰਗਮੰਚ ਦੇ ਵਿੱਚ ਅਸੀਂ ਚਮਕੌਰ ਸਾਹਿਬ ਬਹੁਤ ਲਗਾਤਾਰ ਕੰਮ ਕਰਦੇ ਰਹੇ ਹਾਂ ਜੀ। ਬਾਕੀ ਜਿੱਥੋਂ ਤੱਕ ਇੱਥੇ ਆਉਣ ਦਾ ਸਵਾਲ ਹੈ, ਉਹ ਜਿਸ ਦਿਨ 26 ਤਰੀਕ ਨੂੰ ਉੱਥੋਂ ਚੱਲੇ ਸੀ ਸਾਰੇ ਜੱਥੇ, ਤਾਂ ਅਸੀਂ ਇੱਕ ਜਗ੍ਹਾ ਨਾਟਕ ਕਰਕੇ ਆਏ ਸੀ, ਨੁੱਕੜ ਨਾਟਕ ਇਸੇ ਵਿਸ਼ੇ ਦੇ ਉੱਤੇ। ਤਾਂ ਉਹ ਉੱਥੋਂ ਜਦੋਂ ਨਾਟਕ ਖਤਮ ਹੋਣ ਤੋਂ ਬਾਅਦ ਸਾਰਿਆਂ ਨੇ ਬੜਾ ਐਪਰੀਸ਼ੀਏਟ ਕੀਤਾ ਔਰ ਬੜਾ ਧੰਨਵਾਦ ਕੀਤਾ। ਤੇ ਇੱਕ ਬਜ਼ੁਰਗ ਦੀ ਗੱਲ ਮੈਨੂੰ ਯਾਦ ਹੈ। ਉਹ ਕਹਿੰਦੇ ਕਿ ਕੁੜੀਏ ਤੂੰ ਤਾਂ ਉਹ ਕੰਮ ਕਰਕੇ ਚੱਲੀ ਹੈ ਵੀ ਜਿਵੇਂ ਘਰੋਂ ਤੁਰਨ ਲੱਗੇ ਮਾਵਾਂ ਮੂੰਹ ਨੂੰ ਦਹੀਂ ਨਹੀਂ ਲਵਾਉਂਦੀਆਂ ਹੁੰਦੀਆਂ, ਵੀ ਦਹੀਂ ਦਾ ਚਮਚਾ ਖਾ ਕੇ ਜਾਓ, ਵੀ ਕੰਮ ਕਰਨ ਚੱਲੇ ਹੋ, ਕੋਈ ਸ਼ੁਭ ਸ਼ਗਨ ਕਰਨ ਚੱਲੇ ਹੋ, ਸ਼ੁਭ ਕੰਮ ਤੇ ਜਾ ਰਹੇ ਹੋ। ਤੇ ਅੱਜ ਕਹਿੰਦੇ ਤੁਹਾਡੇ ਨਾਟਕ ਨੇ ਸਾਡਾ ਉਹੀ ਕੰਮ ਕੀਤਾ ਤੇ ਅਸੀਂ ਜੰਗ ਜਿੱਤ ਕੇ ਆਵਾਂਗੇ।
ਉਸ ਦਿਨ ਅਸੀਂ ਉਹਨਾਂ ਨੂੰ ਉੱਥੋਂ ਤੋਰਿਆ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਐਡੀ ਵੱਡੀ ਜੰਗ ਬਣ ਜਾਏਗੀ। ਇਹ ਤਾਂ ਪਤਾ ਸੀਗਾ ਕਿ ਉੱਥੇ ਜਾਣਾ ਹੈ, ਇਹ ਵੀ ਪਤਾ ਸੀਗਾ ਕਿ ਰੋਕ ਹੋਏਗੀ, ਪਰ ਰੋਕ ਕਿਸ ਤਰ੍ਹਾਂ ਨਾਲ ਹੋਏਗੀ ਇਹ ਨਹੀਂ ਸੀ ਕਲੀਅਰ ਹੈਗਾ। ਜਿਸ ਤਰ੍ਹਾਂ ਨਾਲ ਇਹਨਾਂ ਨੇ ਬਾਰਡਰ ਲਗਾਏ, ਜਿਸ ਤਰ੍ਹਾਂ ਨਾਲ ਬੰਦ ਕੀਤਾ, ਇਹ ਕੋਈ ਅੱਤਵਾਦੀ ਥੋੜੀ ਹੈਗੇ ਵੀ ਜਿਹੜਾ ਨੂੰ ਤੁਸੀਂ ਜਾਣ ਤੋਂ ਰੋਕ ਰਹੇ ਹੋ। ਦਿੱਲੀ ਜਾਣ ਤੋਂ ਕੌਣ ਰੋਕ ਸਕਦਾ ਕਿਸੇ ਨੂੰ? ਸਾਡੀ ਰਾਜਧਾਨੀ ਹੈ, ਸਾਰਿਆਂ ਦੀ ਰਾਜਧਾਨੀ ਹੈ, ਪੂਰੇ ਪੰਜਾਬ, ਹਰਿਆਣਾ, ਹਿਮਾਚਲ ਸਭ ਦੀ ਹੈ, ਤੇ ਸਾਰੇ ਜਾ ਸਕਦੇ ਨੇ। ਇਹ ਕਹਿੰਦੇ ਕਰੋਨਾ ਕਰਕੇ ਰੋਕਿਆ ਜੀ। ਕਰੋਨਾ ਕਰਕੇ ਨਹੀਂ ਰੋਕਿਆ, ਕਾਰਨ ਕਈ ਹੋਰ ਨੇ। ਕਰੋਨਾ ਕਰਕੇ ਰੋਕਿਆ ਹੁੰਦਾ। ਕਰੋਨਾ ਫਿਰ ਜਿੱਥੇ ਪੰਜਾਬ ਦੇ ਵਿੱਚ ਇੰਨੇ ਜੱਥੇ ਇਕੱਠੇ ਹੋ ਰਹੇ ਨੇ, ਇੰਨੇ ਉੱਥੇ ਧਰਨੇ ਲੱਗ ਰਹੇ ਨੇ, ਉੱਥੇ ਕਰੋਨਾ ਨਹੀਂ ਆਇਆ। ਬਿਹਾਰ 'ਚ ਇਲੈਕਸ਼ਨ ਕਰਾ ਲਈ ਇਹਨਾਂ ਨੇ। ਹਾਂ, ਜਿੱਥੇ ਬਿਹਾਰ 'ਚ ਇਲੈਕਸ਼ਨ ਕਰਾ ਲਈ, ਉੱਥੇ ਕਰੋਨਾ ਨਹੀਂ ਸੀ। ਉੱਥੇ ਲੱਖਾਂ ਦਾ ਇਕੱਠ ਹੁੰਦਾ ਤੇ ਉੱਥੇ ਉਹਨਾਂ ਲਈ ਕਰੋਨਾ ਨਹੀਂ ਹੈ। ਸਿਰਫ ਸਾਡੇ ਲਈ ਕਰੋਨਾ ਕਿਉਂ ਹੈ? ਕਿਸਾਨਾਂ ਲਈ ਕਰੋਨਾ ਕਿਉਂ ਹੈ? ਸੋ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਉੱਠਦੇ ਨੇ ਤਾਂ ਉਹ ਤਕਲੀਫ ਦਿੰਦੇ ਨੇ। ਖੇਤੀ ਵੀ ਕਰਦੇ ਹੋ ਤੁਸੀਂ ਜੀ? ਨਹੀਂ ਜੀ, ਮੈਂ ਤਾਂ ਕਲਾਕਾਰ ਹਾਂ। ਤੁਸੀਂ ਕਿਉਂ ਆਏ ਹੋ? ਮਤਲਬ ਕਿ ਉਹ ਸਰਕਾਰਾਂ ਤਾਂ ਕਹਿੰਦੀਆਂ ਕਿਸਾਨਾਂ ਦਾ ਮੁੱਦਾ ਹੈ ਸਰਕਾਰਾਂ ਦਾ, ਤੇ ਉਹ ਇਹ ਵੀ ਕਹਿੰਦੇ ਵੀ ਇਹ ਤਾਂ ਸਿੱਖਾਂ ਦਾ ਮਸਲਾ ਜੀ। ਬਿਲਕੁਲ ਜੀ, ਕਹਿੰਦੀਆਂ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਵੀ ਰੋਟੀ ਖਾਂਦੀਆਂ ਨੇ, ਅਸੀਂ ਵੀ ਅੰਨ ਖਾਂਦੇ ਹਾਂ। ਅਸੀਂ ਅੰਨਦਾਤਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈਗੇ। ਤੇ ਜੇ ਜਿਹੜੀਆਂ ਸਰਕਾਰਾਂ ਬੋਲਦੀਆਂ ਨੇ ਨਾ, ਉਹ ਵੀ ਜੇ ਸਾਰੇ ਕਿਸਾਨ ਬੰਦ ਕਰ ਦੇਣ ਸਾਰਾ ਕੁਝ, ਤਾਂ ਉਹ ਕਿੱਦਾਂ ਜੀ ਸਕਣਗੇ? ਰੋਟੀ ਤੋਂ ਬਿਨਾਂ ਤਾਂ ਕੋਈ ਵੀ ਨਹੀਂ ਜੀ ਸਕਦਾ, ਅੰਨ ਤੋਂ ਬਿਨਾਂ ਤਾਂ ਕੋਈ ਵੀ ਨਹੀਂ ਜੀ ਸਕਦਾ, ਕੋਈ ਜ਼ਿੰਦਾ ਵੀ ਨਹੀਂ ਰਹਿ ਸਕਦਾ। ਕੁਝ ਦਿਨਾਂ ਲਈ ਰਹੋਗੇ ਤਾਂ ਤੜਫਣ ਲੱਗ ਜਾਓਗੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਹਨਾਂ ਦੇ ਸਿਰ ਤੇ ਹੀ ਖਾ ਪੀ ਰਹੇ ਹਾਂ। ਚਾਹੇ ਉਹ ਕਿਸੇ ਵੀ ਚੀਜ਼ ਦੀ ਕਿਸਮ ਦੀ ਕੁਝ ਖਾਂਦੇ ਨੇ, ਉਹ ਸਾਰਾ ਕਿਸਾਨਾਂ ਦੇ ਕੋਲੋਂ ਹੀ ਜਾਂਦਾ। ਸੋ ਮੈਂ ਇੱਕ ਕਲਾਕਾਰ ਹਾਂ ਤੇ ਮੈਂ ਗੁਰਸ਼ਨ ਸਿੰਘ ਜੀ ਨਾਲ ਜੁੜੀ ਰਹੀ ਹਾਂ, ਗੁਰਸ਼ਨ ਸਿੰਘ, ਭਾਈ ਮੰਨਾ ਸਿੰਘ ਜੀ ਦੇ ਨਾਲ। ਮੈਂ ਉਹਨਾਂ ਤੋਂ ਜੋ ਸਿੱਖਿਆ ਮੈਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਤੇ ਸਾਡਾ ਕਲਾਕਾਰਾਂ ਦਾ ਫਰਜ਼ ਬਣਦਾ ਹੈ। ਸਿਰਫ ਅਸੀਂ ਮਤਲਬ ਕਲਾਕਾਰ ਹੋਣ ਦੇ ਨਾਤੇ ਬੱਲੇ ਬੱਲੇ ਕਰਵਾਉਣ ਵਾਸਤੇ ਨਹੀਂ ਆਉਂਦੇ। ਇਹ ਸਾਡਾ ਆਪਣਾ ਫਰਜ਼ ਬਣਦਾ ਹੈ। ਜਿਸ ਦਿਨ ਇਹ ਸਭ ਕੁਝ ਹੋ ਰਿਹਾ ਸੀ ਉੱਥੇ, ਉਸ ਤੋਂ ਅਗਲੇ ਦਿਨ 27 ਤਰੀਕ ਨੂੰ ਮੈਂ ਕਿਤੇ ਵੀ ਨਿਕਲ ਨਹੀਂ ਸਕੀ। ਮੈਂ ਮਤਲਬ ਅੰਦਰੋਂ ਤੜਫ ਰਹੀ ਸੀ ਕਿ ਮੈਂ ਉੱਥੇ ਜਾਵਾਂ ਕਿਸੇ ਤਰੀਕੇ। ਪੂਰਾ ਦਿਨ ਟੀਵੀ ਲਗਾ ਕੇ ਪੂਰੇ ਹਾਲਾਤ ਦੇਖਦੇ ਰਹੇ ਹਾਂ, ਪੂਰਾ ਦਿਨ ਕਿਤੇ ਨਹੀਂ ਗਏ। ਸਾਰਾ ਦਿਨ ਇਹੀ ਚੀਜ਼ਾਂ ਦੇਖੀਆਂ ਵੀ ਕੀ ਕੁਝ ਹੋ ਰਿਹਾ ਹੈ। ਤੇ ਉਸ ਤੋਂ ਬਾਅਦ ਅਸੀਂ ਫਿਰ ਪਲਾਨ ਕੀਤਾ ਕਿ ਨਹੀਂ, ਅਸੀਂ ਜਾਣਾ ਹੈ। ਸਾਨੂੰ ਹਾਲਾਂਕਿ ਕੱਲ 2-3 ਵਾਰੀ ਸਾਨੂੰ ਪਤਾ ਵੀ ਲੱਗਿਆ ਕਿ ਤੁਸੀਂ ਜਾ ਨਹੀਂ ਪਾਓਗੇ, ਉੱਥੋਂ ਤੱਕ ਪਹੁੰਚ ਨਹੀਂ ਪਾਓਗੇ, ਮਤਲਬ ਉੱਥੇ ਬਾਰਡਰ ਤੱਕ ਰਸਤੇ 'ਚ ਬੜੇ ਲੰਬੇ ਜਾਮ ਨੇ। ਪਰ ਅਸੀਂ ਕੋਸ਼ਿਸ਼ ਕੀਤੀ, ਅਸੀਂ ਕਿਹਾ ਵੀ ਜਿੱਥੋਂ ਤੱਕ ਜਾਵਾਂਗੇ ਉੱਥੋਂ ਤੱਕ ਹੀ ਸਹੀ, ਅਸੀਂ ਘੱਟੋ ਘੱਟ ਆਪਣਾ ਯੋਗਦਾਨ ਤਾਂ ਪਾਈਏ। ਅਸੀਂ ਇਸ ਕਿਸਾਨ ਮੁਹਿੰਮ ਦਾ ਸਮਰਥਨ ਤਾਂ ਕਰੀਏ। ਅਸੀਂ ਘਰੇ ਬੈਠ ਕੇ ਠੀਕ ਹੈ, ਕੁਝ ਬਹੁਤ ਸਾਰੇ ਲੋਕ ਨੇ ਜਿਹੜੇ ਨਹੀਂ ਵੀ ਆ ਸਕਦੇ, ਕੋਈ ਵੱਡਾ ਇਸ਼ੂ ਨਹੀਂ, ਪਰ ਸਾਡੀ ਤੜਫ ਸੀਗੀ ਕਿ ਅਸੀਂ ਜਾਈਏ। ਸੋ ਅਸੀਂ ਪਹੁੰਚੇ ਹਾਂ, ਅਸੀਂ ਇਹਨਾਂ ਦੇ ਨਾਲ ਹਾਂ। ਕਿਸਾਨਾਂ ਤੋਂ ਬਿਨਾਂ ਅਸੀਂ ਕੁਝ ਨਹੀਂ ਹਾਂ। ਬੇਸ਼ੱਕ ਮੈਂ ਕਿਸਾਨ ਦੀ ਮਤਲਬ ਪਰਿਵਾਰ ਤੋਂ ਨਹੀਂ ਹਾਂ, ਲੇਕਿਨ ਮੈਨੂੰ ਪਤਾ ਕਿ ਮੇਰਾ ਖਾਨਦਾਨ, ਮੇਰੇ ਪਿਛੋਕੜ ਸਾਰੇ ਕਿਸਾਨੀ ਨਾਲ ਜੁੜੇ ਰਹੇ ਨੇ। ਮਤਲਬ ਤੁਸੀਂ ਇਹ ਮੰਨਦੇ ਹੋ ਵੀ ਜਿਹੜਾ ਵੀ ਬੰਦਾ ਰੋਟੀ ਖਾਂਦਾ ਹੈ ਤਾਂ ਉਹਦਾ ਮਸਲਾ ਇਹ? ਬਿਲਕੁਲ ਜੀ, ਇਹ ਤਾਂ ਸਾਰੀ ਦੁਨੀਆ ਦਾ ਮਸਲਾ ਹੈ। ਸਿਰਫ ਇੱਕ ਮੈਂ ਆਪਣੇ ਇਸ ਦੇਸ਼ ਦੀ ਗੱਲ ਨਹੀਂ ਕਰ ਰਹੀ। ਕਿਸਾਨ ਕਿਤੋਂ ਦਾ ਵੀ ਹੋਏਗਾ, ਹਰ ਜਗ੍ਹਾ ਦਾ ਜਿਹੜਾ ਫਾਰਮਰ ਹੈ, ਉਹਦੀ ਰੋਟੀ ਰੋਜ਼ੀ ਸਾਰੇ ਦੁਨੀਆ ਨਾਲ ਜੁੜੀ ਹੋਈ ਹੈ। ਸੋ ਇਸ ਕਰਕੇ ਸਿਰਫ ਸਾਡੇ ਇੱਥੋਂ ਦਾ ਮਸਲਾ ਨਹੀਂ, ਪੂਰਾ ਵਰਲਡ ਲੈਵਲ ਦਾ ਮਸਲਾ ਹੈ। ਇੱਕ ਕਲਾਕਾਰ ਹੋਣ ਦੇ ਨਾਤੇ, ਕਿਉਂਕਿ ਕਲਾਕਾਰ ਨਰਮ ਦਿਲ ਦਾ ਹੁੰਦਾ, ਤੁਸੀਂ ਆ ਗਏ ਹੋ, ਪਰ ਕੁਝ ਕਲਾਕਾਰ ਨੇ, ਹੰਸਰਾਜ ਨੇ, ਸਨੀ ਦਿਓਲ ਨੇ ਤੇ ਹੋਰ ਦਲੇਰ ਮਹਿੰਦੀ ਹੈ, ਉਹ ਤਾਂ ਕਹਿੰਦੇ ਜੀ ਵੀ ਇਹ ਤੇ ਸਾਰੇ ਅੱਤਵਾਦੀ ਹੈ ਜਾਂ ਫਿਰ ਇਹ ਬਹੁਤ ਹੀ ਵਧੀਆ ਬਿੱਲ ਨੇ ਜੀ, ਇਹਨਾਂ ਦਾ ਸਮਰਥਨ ਕਰੋ। ਇਹ ਉਹਨਾਂ ਦੀ ਆਪਣੀ ਸੋਚ ਹੈ ਜੀ। ਦੇਖੋ, ਜੇ ਬੰਦੇ ਨੂੰ ਇਹੀ ਸਮਝ ਨਹੀਂ ਆ ਰਿਹਾ ਵੀ ਕਿਸਾਨ ਇਹ ਇੰਨੇ, ਦੇਖੋ ਕੁਝ ਇੱਕ ਬੰਦਾ ਪਾਗਲ ਹੋ ਸਕਦਾ, 2 ਬੰਦੇ ਪਾਗਲ ਹੋ ਸਕਦੇ ਆ, 4 ਬੰਦਿਆਂ ਨੂੰ ਨਹੀਂ ਸਮਝ ਆ ਰਹੀ, 10 ਬੰਦਿਆਂ ਨੂੰ ਨਹੀਂ ਸਮਝ ਆ ਰਹੀ, ਕਿ ਪੂਰੇ ਲੱਖਾਂ ਲੋਕਾਂ ਨੂੰ ਸਮਝ ਨਹੀਂ ਆ ਰਹੀ। ਇਹ ਸਾਰੇ ਲੱਖਾਂ ਲੋਕ ਬੇਵਕੂਫ ਥੋੜੀ ਹੈਗੇ ਨੇ ਜਿਹੜੇ ਆ ਕੇ, ਕਿਹਦਾ ਦਿਲ ਕਰਦਾ ਕਿ ਆ ਕੇ ਇੱਦਾਂ ਠੰਡ ਦੇ ਵਿੱਚ ਬੈਠੋ। ਸੱਚੀ ਮੁੱਚੀ ਮੈਂ ਕਹਿੰਦੀ ਹਾਂ ਕਿ ਅਸੀਂ ਇੱਥੇ ਆਏ ਹਾਂ ਤਾਂ ਅਸੀਂ ਉਹ ਦਰਦ ਨੂੰ ਮਹਿਸੂਸ ਕਰਨਾ ਚਾਹੁੰਦੇ ਸੀਗੇ। ਤੇ ਜਿੰਨਾ ਅਸੀਂ ਪਿੱਛੋਂ ਦੇਖਦੇ ਆ ਰਹੇ ਹਾਂ, ਜਿਸ ਤਰ੍ਹਾਂ ਨਾਲ ਟਰਾਲੀਆਂ ਦੇ ਟਾਇਰਾਂ ਦੇ ਨਾਲ ਥੱਲੇ ਬੈਠੇ ਸੌ ਰਹੇ ਨੇ ਉਹ ਲੋਕ, ਸੱਚੀ ਮਨ ਭਰਦਾ ਹੈ ਉਹ ਸਭ ਕੁਝ ਦੇਖ ਕੇ ਵੀ ਕਿਉਂ ਇਹ ਸਭ ਕੁਝ ਹੋ ਰਿਹਾ ਹੈ। ਔਰ ਅਸੀਂ ਇੱਥੇ ਆਏ ਹਾਂ, ਬੈਠੇ ਹਾਂ, ਸਾਨੂੰ ਨੋ ਡਾਊਟ ਸਾਨੂੰ ਠੰਡ ਲੱਗ ਰਹੀ ਹੈ। ਅਸੀਂ ਨਹੀਂ ਇਸ ਤਰ੍ਹਾਂ ਆਦੀ ਹੈਗੇ ਰਹਿਣ ਦੇ, ਲੇਕਿਨ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਨਾਟਕ ਕਰਨ ਜਾਂਦੇ ਹਾਂ, ਤਾਂ ਅਸੀਂ ਇੱਦਾਂ ਦੀਆਂ ਠੰਡ ਦੇ ਵਿੱਚ ਹੀ ਜਾਂਦੇ ਹਾਂ। ਅਸੀਂ ਸਾਰੀ ਰਾਤ ਨਾਟਕ ਮੇਲੇ ਕਰਦੇ ਹਾਂ ਤੇ ਸਾਨੂੰ ਕੋਈ ਦਿੱਕਤ ਨਹੀਂ ਹੈ।
ਪਰ ਬਹੁਤ ਤਕਲੀਫ ਹੋਈ ਹੈ ਸਾਨੂੰ ਦੇਖ ਕੇ ਸਭ ਕੁਝ, ਜਦੋਂ ਟਾਇਰਾਂ ਦੇ ਨਾਲ ਉਹ ਸੁੱਤੇ ਹੋਏ ਨੇ ਇੰਨੀ ਠੰਡ 'ਚ ਕਿਹਦਾ ਜੀ ਕਰਦਾ ਵੀ ਇੱਥੇ ਆ ਕੇ ਇੰਨਾ ਮੇਲਾ ਲਾਉਣ ਨੂੰ। ਇਹ ਕੋਈ ਮੇਲਾ ਉਸ ਟਾਈਪ ਦਾ ਤਾਂ ਨਹੀਂ ਹੈਗਾ ਵੀ ਬੜੇ ਅਸੀਂ ਇੰਜੋਏ ਕਰਨ ਚੱਲੇ ਆ, ਚਲੋ ਕੋਈ ਨਾ ਠੰਡ ਦੇ ਵਿੱਚ ਸੌਂ ਜਾਾਂਗੇ। ਮਜਬੂਰੀ ਹੈ, ਇਹ ਲੜਨਾ ਪੈਣਾ, ਇਸੇ ਲੜਾਈ ਕਰਕੇ ਮੋਦੀ ਸਾਹਿਬ ਨੂੰ ਝੁਕਣਾ ਪੈਣਾ। ਸੋ ਬਿਲਕੁਲ ਰਮਨ ਜੀ ਬਹੁਤ ਟਰਾਲੀਆਂ ਦੇਖੀਆਂ ਹੋਣੀਆਂ ਜਦੋਂ 8 ਕਿਲੋਮੀਟਰ ਤੇ ਸਫ਼ਰ ਕਰਕੇ ਇੱਥੇ ਆਏ ਹੋ, ਕਿਵੇਂ ਲੱਗਿਆ? ਲੱਗਿਆ ਹੈ ਕਿ ਜਿਹੜੀ ਮੇਨ ਚੀਜ਼ ਦੱਸਾਂ ਕਿ ਪੋਜ਼ਿਟਿਵਿਟੀ, ਸਾਡੇ ਇਤਿਹਾਸ ਨੇ ਸਾਨੂੰ ਇਹੋ ਜਿਹਾ ਕੁਝ ਦਿੱਤਾ ਜਿਹੜਾ ਕਿਤੇ ਨਾ ਕਿਤੇ ਕਹਾਣੀਆਂ ਬਣ ਕੇ ਰਹਿ ਗਿਆ ਸੀ, ਤੇ ਹੁਣ ਅਸੀਂ ਉਹਨਾਂ ਚੀਜ਼ਾਂ ਦੀਆਂ ਗੱਲਾਂ ਵੀ ਨਹੀਂ ਸੀ ਕਰਦੇ ਨਾ। 1947 ਵੇਲੇ ਕੁਝ ਹੋਇਆ ਹੋਊਗਾ, ਆਪਾਂ ਕਹਿੰਦੇ ਸੀ ਵੀ ਹੋਇਆ ਹੋਊ, ਕੁਝ ਬਜ਼ੁਰਗ ਹੈਗੇ ਆ ਜਿਨ੍ਹਾਂ ਦੀਆਂ ਸਟੋਰੀਜ਼ ਅਖਬਾਰ ਜਾਂ ਅਸੀਂ ਜਿਹੜੇ ਇਲੈਕਟ੍ਰੋਨਿਕ ਮੀਡੀਆ ਕਵਰ ਕਰਦਾ, ਪਰ ਮੈਨੂੰ ਐਂ ਲੱਗਦਾ ਹੁੰਦਾ ਵੀ ਇਹ ਬਹੁਤ ਖਰਾਬ ਚੀਜ਼ ਹੋਈ ਆ ਜਿਹੜੀ ਨਹੀਂ ਸੀ ਹੋਣੀ ਚਾਹੀਦੀ। ਇਤਿਹਾਸ ਖੂਬਸੂਰਤ ਲਿਖਿਆ ਜਾ ਸਕਦਾ ਸੀ, ਇਹ ਦਰਦਨਾਕ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣ ਦੀ ਬਜਾਏ। ਪਰ ਜੋ ਵੀ ਕੁਝ ਹੋਇਆ ਉਹਦੇ ਵਿੱਚ ਪੋਜ਼ਿਟਿਵਿਟੀ ਇਹ ਆ ਕਿ ਕੁਝ ਇੱਕ ਕੁੜੀਆਂ ਨੂੰ ਛੱਡ ਕੇ ਜਿਵੇਂ ਅਸੀਂ ਕੰਮ ਕਰਦੇ ਹਾਂ, ਕੋਈ ਮੀਡੀਆ ਦੇ ਵਿੱਚ ਆ, ਕੋਈ ਕਲਾਕਾਰ ਹੈਗੇ ਆ, ਪਰ ਜ਼ਿਆਦਾਤਰ ਜਿਹੜੀਆਂ ਕੁੜੀਆਂ ਜੇ ਪੰਜਾਬ ਦੇ ਵਿੱਚ ਵੀ ਸਾਨੂੰ ਐਂ ਲੱਗਦਾ ਵੀ ਰਾਤ ਨੂੰ ਘਰੋਂ ਬਾਹਰ ਨਿਕਲਣਾ ਤੇ ਵੀ ਨਹੀਂ। ਸਾਡੀ ਫੈਮਿਲੀ ਦੇ ਵਿੱਚੋਂ ਮੈਂ ਇਕੱਲੀ ਮਤਲਬ ਆਈ ਹੋਈ ਆ ਨਾ। ਹੁਣ ਅਸੀਂ ਰਸਤੇ 'ਚ ਗੱਲਾਂ ਕਰਦੇ ਹੁੰਦੇ ਸੀਗੇ ਵੀ ਦਿੱਲੀ ਦੀਆਂ ਸੜਕਾਂ ਤੇ ਕਦੇ 에ਅਰਪੋਰਟ ਲਈ ਲੰਘੀਦਾ ਸੀ, ਕਦੇ ਆਈ ਥੋੜੀ ਤੁਰ ਕੇ ਆਈ ਦੇ। ਔਰ ਸਾਡੇ ਕਿਉਂਕਿ ਸਾਡੇ ਭਰਾ ਸਾਡੇ ਬਾਪੂ ਬੈਠੇ ਆ, ਉਹ ਸੜਕਾਂ ਸਿਕਿਉਰ ਹੋਈਆਂ ਪਈਆਂ। 8 ਕਿਲੋਮੀਟਰ ਤੋਂ ਸਾਰੇ ਰਸਤੇ ਅਸੀਂ ਇਕੱਠੇ ਨਹੀਂ ਸੀ, ਕਿਤੇ ਅਸੀਂ 2 ਜਾਣੇ ਰਹਿ ਜਾਂਦੇ ਸੀਗੇ। ਰਸਤੇ 'ਚ ਬਜ਼ੁਰਗਾਂ ਨਾਲ ਗੱਲਾਂ ਕਰਦੇ ਆਏ ਆ। ਔਰ ਜਿਹੜੀ ਪੋਜ਼ਿਟਿਵਿਟੀ ਇੰਨੀ ਜ਼ਿਆਦਾ, ਪਤਾ ਸਾਨੂੰ ਕਿ ਕੁਝ ਵੀ ਹੋ ਸਕਦਾ ਹੈ। ਜਿਹੜਾ ਇਹ ਇੰਨੀ ਮਤਲਬ ਧੌਣ 'ਚ ਕਿੱਲਾ ਅੜਾ ਕੇ ਬੈਠੇ ਹੋਏ ਆ ਸਾਡੀਆਂ ਜਾਇਜ਼ ਮੰਗਾਂ ਦੇ ਲਈ ਵੀ, ਬਿਨਾਂ ਸ਼ੱਕ ਉਹ ਕੁਰਬਾਨੀਆਂ ਬਿਨਾਂ ਸਾਨੂੰ ਜਾਣ ਨਹੀਂ ਦੇਣਗੇ। ਤੇ ਬੈਠੇ ਵੀ ਸਾਡੇ ਬਜ਼ੁਰਗ, ਅਸੀਂ ਪਿੱਛੇ ਆ ਗਈਆਂ ਹੋਈਆਂ। ਔਰ ਸਭ ਤੋਂ ਜਿਹੜੀ ਪਲੱਸ ਜਿਹੜੀ ਗੱਲ ਹੋਈ ਆ ਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਵੀ ਬੀਬੀਆਂ ਰੋਟੀਆਂ ਪਕਾਉਣ ਦੇ ਲਈ ਹੁੰਦੀਆਂ, ਖੂਬਸੂਰਤ ਗੱਲ ਕਿ ਅਸੀਂ ਤਾਂ ਚਲੋ ਬੱਚੇ ਪੜ੍ਹ ਲਿਖ ਗਏ ਆ, ਮਾੜਾ ਮੋਟਾ ਜੌਬਾਂ ਵੱਲ ਹੋ ਗਏ, ਹੋ ਸਕਦਾ ਸਾਨੂੰ ਰੋਟੀਆਂ ਪਕਾਉਣ ਦੀ ਲੋੜ ਵੀ ਨਾ ਪਵੇ। ਜਿਹੜੀਆਂ ਬੀਬੀਆਂ ਨੂੰ ਸਮਝਿਆ ਜਾਂਦਾ ਵੀ ਪੈਰ ਦੀ ਜੁੱਤੀ ਘਰ ਦੇ ਵਿੱਚ ਬੰਦ ਰਹਿਣ ਵਾਲੀ, ਬਾਪੂ ਤੇ ਵੀਰੇ ਇੱਥੇ ਪਹੁੰਚ ਗਏ ਆ, ਉਹਨਾਂ ਨੂੰ ਲੱਗਿਆ ਵੀ ਟੋਲ ਪਲਾਜ਼ਿਆਂ ਤੇ ਵਾਪਸ ਨਾ ਜਾਣ, ਪਿੱਛੇ ਮੋਰਚੇ ਸਾਂਭ ਕੇ ਬਹਿ ਗਈਆਂ। ਬੱਚੇ ਵੀ ਸਾਂਭੀ ਜਾਂਦੀਆਂ, ਜ਼ਮੀਨਾਂ ਵੀ ਸਾਂਭੀ ਜਾਂਦੀਆਂ, ਖੇਤਾਂ ਨੂੰ ਮਤਲਬ ਪਾਣੀ ਵੀ ਲੱਗ ਰਿਹਾ ਪ੍ਰੋਪਰ, ਬੱਚਿਆਂ ਨੂੰ ਵੀ ਸਾਂਭ ਰਹੀਆਂ ਵਾ, ਪਸ਼ੂ ਵੀ ਦੇਖ ਰਹੀਆਂ ਵਾ, ਤੇ ਟੋਲ ਪਲਾਜ਼ਿਆਂ ਦੇ ਉੱਤੇ ਵੀ ਡਿਊਟੀਆਂ ਤੇ ਬੈਠ ਗਈਆਂ ਹੋਈਆਂ। ਮਤਲਬ ਹੋਰ ਕਿਹੜੇ ਕਿਹੜੇ ਪੱਖ ਦੇਖਣਾ ਚਾਹੁੰਦੇ ਆ ਇਹ ਲੋਕ ਸਾਡੇ। ਪਰ ਸਾਨੂੰ ਸਾਡੀ ਸਮਰੱਥਾ ਦਾ ਪਤਾ ਲੱਗ ਗਿਆ। ਕਿਤੇ ਨਾ ਕਿਤੇ ਬਜ਼ੁਰਗਾਂ ਨੂੰ ਨਹੀਂ ਸੀ ਪਤਾ ਵੀ ਸਾਡੇ ਬੱਚੇ ਸਾਡੇ ਬਰਾਬਰ ਐਂ ਖੜ ਸਕਦੇ ਆ। ਹਮੇਸ਼ਾ ਹੁੰਦਾ ਵੀ ਯਾਰ ਤੁਸੀਂ ਆਖੇ ਨਹੀਂ ਲੱਗਦੇ ਸਾਡੇ, ਸਾਨੂੰ ਲੱਗਦਾ ਬਾਪੂ ਯਾਰ ਤੁਸੀਂ ਕਿਹੜੀਆਂ ਗੱਲਾਂ ਦੇ ਵਿੱਚ ਫਿਰਦੇ ਆ। ਜ਼ਮਾਨਾ ਬਦਲ ਗਿਆ, ਸਾਨੂੰ ਸਭ ਨੂੰ ਉਹ ਅਹਿਸਾਸ ਕਰਾ ਦਿੱਤਾ ਕਿ ਅਸੀਂ ਮੌਕਾ ਪੈਣ ਤੇ, ਉਹ ਤਾਂ ਨਿੱਕੇ ਨਿੱਕੇ ਜਿਹੇ ਹੁੰਦੇ ਆ, ਹੋਣੇ ਵੀ ਚਾਹੀਦੇ ਆ ਝਗੜੇ ਝੇੜੇ, ਅਸੀਂ ਕਿਵੇਂ ਖੜ ਜਾਂਦੇ ਆ। ਬਹੁਤ ਚੰਗਾ ਲੱਗਦਾ ਜਦੋਂ ਵੀਰੇ ਬੋਲਦੇ ਆ ਵੀ ਅਸੀਂ ਹਰ ਇੱਕ ਤਰੀਕੇ ਨਾਲ ਵੱਡਿਆਂ ਦੇ ਨਾਲ, ਉਹਨਾਂ ਦੇ ਕਹਿਣੇ 'ਚ ਆ, ਤੇ ਵੱਡੇ ਬੋਲਦੇ ਆ ਵੀ ਸਾਡੇ ਪੁੱਤ ਸਾਡੇ ਨਾਲ ਆ, ਜਿਵੇਂ ਕਹਿਣਗੇ ਅਸੀਂ ਉਵੇਂ ਕਰਾਂਗੇ। ਮਤਲਬ ਹੋਰ ਕੀ ਚਾਹੀਦਾ ਸਾਡੇ ਲਈ। ਇਹ ਇੱਕ ਬਹੁਤ ਵਧੀਆ ਚੀਜ਼ ਆ ਕਿ ਸਾਨੂੰ ਸਾਡੀ ਸਮਰੱਥਾ ਦਾ ਪਤਾ ਲੱਗ ਗਿਆ, ਤੇ ਸਭ ਨੂੰ ਪਤਾ ਲੱਗ ਗਿਆ ਕਿ ਸਾਡੇ 'ਚ ਕਿੰਨਾ ਪਿਆਰ ਹੈ। ਤੇ ਰਸਤੇ 'ਚ ਆਉਂਦੇ ਹੋਏ ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਸੀ। ਅਸੀਂ ਬਾਪੂ ਹੋਰਾਂ ਨੂੰ ਪੁੱਛਿਆ ਕਿ ਬਾਪੂ ਰੋਟੀਆਂ ਲਾਉਂਦੇ ਆ? ਅਸੀਂ ਕਿਹਾ ਵੀ ਘਰੇ ਕਦੇ ਲਾਈਆਂ ਸੀ। ਉਹ ਦੱਸਣ ਲੱਗ ਗਏ ਵੀ ਮੈਂ ਨਾ 2002 'ਚ ਇੱਕ ਵਾਰੀ ਲਾਈਆਂ ਸੀ। ਅਸੀਂ ਕਿਹਾ ਫਿਰ ਰੋਟੀਆਂ? ਕਹਿੰਦੇ ਵੀ ਹੁਣ ਤਾਂ ਬਿੰਗੀਆਂ ਟੇਡੀਆਂ ਲਾਉਂਦੇ ਆ। ਅਸੀਂ ਕਿਹਾ ਵੀ ਜਦ ਤੱਕ ਜਾਣਾ ਆਪਾਂ ਵਾਪਸ ਗੋਲ ਹੋ ਜਾਣੀਆਂ। ਤੇ ਕਹਿੰਦੇ ਵੀ ਹਾਂ ਅਸੀਂ ਤੁਹਾਡੀਆਂ ਬੇਬੇ ਹੋਰਾਂ ਨੂੰ ਕਹਿੰਦੇ ਆ ਵੀ ਤੁਸੀਂ ਛੁੱਟੀ ਜਾ ਸਕਦੀਆਂ। ਮਤਲਬ ਸਾਡਾ ਇਤਿਹਾਸ ਇਹੋ ਜਿਹਾ ਕਿ ਅਸੀਂ ਜੰਗਾਂ ਯੁੱਧਾਂ, ਸਾਨੂੰ ਪਤਾ ਕਿ ਗੋਲੀ ਚੱਲ ਸਕਦੀ ਆ, ਸਾਨੂੰ ਇਹ ਵੀ ਪਤਾ ਕਿ ਵਾਪਸ ਅਸੀਂ ਪੰਜਾਬ ਸਾਰਿਆਂ ਨੇ ਨਹੀਂ ਜਾਣਾ। ਬਹੁਤ 2-3 ਦੁੱਖ ਜਿਹੜੇ ਅਸੀਂ ਲੈ ਲਏ ਹੋਏ ਆ, ਜਿਹੜੇ 2 ਸ਼ਹੀਦ ਸਾਡੇ ਹੋ ਗਏ ਹੋਏ ਆ ਨਾ, ਅਸੀਂ ਲੈ ਕੇ ਜਾਣਾ। ਪਰ ਜ਼ਿੰਦਾ ਦਿਲੀ ਤਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਈ ਹੋਈ ਆ, ਤੇ ਅਸੀਂ ਇਦਾਂ ਹੀ ਹੱਸਦੇ ਮੁਸਕਰਾਉਂਦੇ ਕੁਰਬਾਨੀਆਂ ਦੇਵਾਂਗੇ। ਤੇ ਹੱਕ ਉਹ ਹਰ ਹਾਲ 'ਚ ਯੈਸ ਹੋਣੀ ਆ। ਅੱਜ ਕਰ ਦੇਣ ਕੱਲ ਕਰ ਦੇਣ, ਹੁਣ ਸੰਗੀ ਤੇ ਆ ਕੇ ਬੈਠ ਗਏ ਹੋਏ ਆ ਇਹਨਾਂ ਦੀ। ਤੇ ਬਿਲਕੁਲ, ਸੋ ਗੱਲ ਰਮਨ ਨੇ ਬਹੁਤ ਦਰੁਸਤ ਕਹੀ ਹੈ ਵੀ ਜਿਨ੍ਹਾਂ ਨੂੰ ਰੋਟੀਆਂ ਪਕਾਉਣ ਵਾਲੀਆਂ ਕਹਿੰਦੇ ਸੀ, ਮੈਂ ਕਹਿੰਦਾ ਠੀਕ ਹੈ ਰੋਟੀਆਂ ਪਕਾਉਣ ਵਾਲੀਆਂ ਕਹਿ ਲਿਓ, ਪਰ ਰੋਟੀ ਚਲਾਉਣ ਵਾਲੀ ਕਹਿ ਲਿਓ ਤਾਂ ਵਧੀਆ। ਵੀ ਔਰਤ ਤੋਂ ਬਿਨਾਂ ਰੋਟੀ ਨਹੀਂ ਚੱਲ ਸਕਦੀ ਘਰ ਦੀ। ਹੁਣ ਵੀ ਔਰਤਾਂ ਨੇ ਮੋਰਚਾ ਜਿਹੜਾ ਹੈਗਾ ਉਹ ਸੰਭਾਲਿਆ ਹੋਇਆ। ਰਮਨ ਮੀਡੀਆ ਦੇ ਨਾਲ ਵੀ ਜੁੜੀ ਰਹੀ ਹੈ, ਕੰਮ ਕੀਤਾ ਤੁਸੀਂ ਮੀਡੀਆ ਲਾਈਨ ਦੇ ਵਿੱਚ। ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਵੀ ਮੈਂ ਤਾਂ ਇਹ ਮੰਨਦਾ ਵੀ ਜੇ ਹੁਣ ਤੱਕ ਮੀਡੀਆ ਨੇ ਆਪਣੀ ਭੂਮਿਕਾ ਨਿਭਾਈ ਹੁੰਦੀ ਤਾਂ ਸ਼ਾਇਦ ਇਹ ਕਾਨੂੰਨ ਨਾ ਆਉਂਦੇ। ਇਹ ਮੀਡੀਆ ਨੇ ਆਪਣੀ ਭੂਮਿਕਾ ਅਦਾ ਨਹੀਂ ਕੀਤੀ, ਇਸ ਕਰਕੇ ਇਹ ਸਾਰਾ ਕੁਝ ਸਿਸਟਮ ਗਲਤ ਹੋ ਰਿਹਾ। ਕਿਉਂਕਿ ਅਮਰੀਕਾ ਦੀਆਂ ਚੋਣਾਂ ਵੇਖਦੇ ਆ,
ਟਰੰਪ ਲਗਾਤਾਰ ਕਹਿੰਦਾ ਮੈਂ ਜਿੱਤ ਗਿਆ ਕਹਿੰਦਾ ਰਿਹਾ ਉਹ ਮੀਡੀਆ ਕਹਿੰਦੇ ਤੇਰੀ ਬਕਵਾਸ ਨਹੀਂ ਦਿਖਾਉਂਦੇ ਅਸੀਂ ਤੂੰ ਚਾਹੇ ਜਿੱਤ ਕੇ ਰਾਸ਼ਟਰਪਤੀ ਹੈਗਾ ਜਾਂ ਨਹੀਂ ਪਰ ਇੱਥੇ ਵਾਲੇ ਅਜੇ ਵੋਟਾਂ ਦੇ ਵਿੱਚ ਜ਼ਾਬਤਾ ਵੀ ਲੱਗ ਜਾਂਦਾ ਪਰ ਗੁਣ ਇੱਕ ਹੀ ਬੰਦੇ ਦੇ ਗਾਏ ਜਾਂਦੇ ਆ ਕਿਵੇਂ ਵੇਖ ਵੀਰੇ ਬਿਨਾਂ ਸ਼ੱਕ ਜਿਵੇਂ ਸਵਰਨ ਅੰਕਲ ਨੇ ਕਿਹਾ ਸੀਗਾ ਵੀ ਬਹੁਤ ਕੁਝ ਜਿਹੜਾ ਉਲਟ ਪੁਲਟ ਹੋਇਆ ਸੀ ਹੈ ਨਾ ਤੇ ਜਿਹੜੀ ਕਰਪਸ਼ਨ ਆ ਉਹ ਬਿਨਾਂ ਸ਼ੱਕ ਹਰ ਇੱਕ ਜਗ੍ਹਾ ਤੇ ਫੈਲ ਗਈ ਹੋਈ ਆ ਅਮਰੀਕਾ ਜਿਹੜਾ ਨਹੀਂ ਰਿਹਾ ਸਾਨੂੰ ਕਦੇ ਕਦੇ ਲੱਗਦਾ ਹੁੰਦਾ ਸੀਗਾ ਕਿ ਇੱਕ ਦਿਨ ਮੈਂ ਵੈਸੇ ਹੀ ਬੈਠੇ ਕਿਤੇ ਗੱਲ ਕਰ ਬੈਠੀ ਕਿ ਅਮਰੀਕਾ ਵਾਲੇ ਲੋਕ ਤਾਂ ਬਹੁਤ ਉਹਨਾਂ ਵੱਲ ਦੁਨੀਆ ਦੇ ਬੜੇ ਸਮਝਦਾਰ ਲੋਕ ਆ ਉਹਨਾਂ ਨੇ ਕਿਵੇਂ ਦਾ ਬੰਦਾ ਚੁਣ ਲਿਆ ਤੇ ਮੈਨੂੰ ਧਿਆਨ 'ਚ ਹੀ ਨਹੀਂ ਰਿਹਾ ਵੀ ਮੈਂ ਕਿੱਥੇ ਬੈਠੀ ਆ ਉਹ ਕਹਿੰਦੇ ਵੀ ਮੇਰੇ ਨਾਲ ਬੈਠੇ ਵੀ ਆਪਾਂ ਵੀ ਤਾਂ ਮੋਦੀ ਚੁਣ ਹੀ ਲਿਆ ਫਿਰ ਐਂ ਲੱਗਿਆ ਕਿ ਹਾਂ ਮਤਲਬ ਗਲਤੀਆਂ ਸਾਡੇ ਕੋਲੋਂ ਹੁੰਦੀਆਂ ਪਰ ਇਹ ਲੋਕ ਇਹ ਅਹਿਸਾਸ ਕਰਾਉਣ ਦੀ ਬਜਾਏ ਕਿ ਭਾਈ ਅਸੀਂ ਇਸ ਕਾਬਲ ਨਹੀਂ ਸੀ ਤੁਸੀਂ ਸਾਨੂੰ ਜਿਸ ਮੁਕਾਮ ਤੇ ਬਿਠਾ ਦਿੱਤਾ ਚਲੋ ਕੋਈ ਗੱਲ ਨਹੀਂ ਹੁਣ ਅਸੀਂ ਸੇਵਾ ਕਰਦੇ ਹਾਂ ਇਹ ਸਾਨੂੰ ਸਾਬਤ ਕਰਾਉਂਦੇ ਆ ਵੀ ਤੁਸੀਂ ਵਾਕਈ ਸਾਨੂੰ ਨਾਕਾਬਲਾਂ ਨੂੰ ਚੁਣ ਲਿਆ ਸਾਨੂੰ ਮੋਦੀ ਹੋ ਗਿਆ ਜਾਂ ਟਰੰਪ ਹੋ ਗਿਆ ਸਾਨੂੰ ਗਲਤ ਸਾਬਤ ਕਰ ਸਕਦੇ ਸੀਗੇ ਕਿ ਅਸੀਂ ਇਸ ਲਾਇਕ ਤਾਂ ਨਹੀਂ ਸੀ ਤੁਸੀਂ ਚੁਣ ਲਿਆ ਅਸੀਂ ਹੁਣ ਸੇਵਾ ਕਰਕੇ ਦਿਖਾਉਂਦੇ ਆ ਜਿਹੜੀ ਮੀਡੀਆ ਦੀ ਗੱਲ ਹੈਗੀ ਆ ਬਿਨਾਂ ਸ਼ੱਕ ਮੈਨੂੰ ਹੁਣ ਵੀ ਇਹ ਲੱਗਦਾ ਸੀਗਾ ਕਿ ਜਿਹੜਾ ਨੈਸ਼ਨਲ ਮੀਡੀਆ ਉਹਦੇ ਵਿੱਚ ਮੈਕਸਿਮਮ ਜਿਹੜਾ ਮੀਡੀਆ ਵਾ ਸਾਡੇ ਪੱਖ ਦੀਆਂ ਗੱਲਾਂ ਨਹੀਂ ਅਸੀਂ ਇੱਕ ਦਿਨ ਵੀਡੀਓ ਦੇਖ ਰਹੇ ਸੀ ਕਿਸਾਨ ਇੱਕ ਬਜ਼ੁਰਗ ਬਾਪੂ ਜੀ ਬੋਲ ਰਹੇ ਸੀਗੇ ਵੀ ਇੱਦਾਂ ਮਤਲਬ ਸਾਡੇ ਪੱਖ ਦੀ ਗੱਲ ਆ ਜਦੋਂ ਉਹ ਪੱਤਰਕਾਰ ਨੂੰ ਲੱਗਿਆ ਵੀ ਇਹ ਤਾਂ ਬਹੁਤ ਦਰੁਸਤ ਤੇ ਲਾਈਵ ਜਾ ਰਿਹਾ ਸਡਨਲੀ ਉਹ ਮੂਵ ਕਰ ਜਾਂਦੇ ਆ ਤੇ ਉਹ ਆਪਣੇ ਵੱਲੋਂ ਬੋਲਣਾ ਸ਼ੁਰੂ ਕਰ ਦਿੰਦੇ ਆ ਸਾਰੇ ਇਦਾਂ ਸਾਰਾ ਨਹੀਂ ਪਰ ਜ਼ਿਆਦਾਤਰ ਜਿਹੜੀਆਂ ਸਾਨੂੰ ਇਦਾਂ ਦੀਆਂ ਚੈਲੰਜਸ ਹੈਗੇ ਆ ਇਹਦੇ ਵਿੱਚ ਇੱਕ ਜਿਹੜੇ ਤੁਸੀਂ ਬੜਾ ਸੋਹਣਾ ਯਾਦ ਕਰਵਾ ਦਿੱਤਾ ਕਿ ਜ਼ਰੂਰੀ ਆ ਜਿਹੜਾ ਜਿਹੜਾ ਪੰਜਾਬੀ ਲੋਕਲ ਜਿਹੜਾ ਮੀਡੀਆ ਹੈਗਾ ਮੈਕਸਿਮਮ ਬਹੁਤ ਜ਼ਬਰਦਸਤ ਜਿਹੜੀ ਆ ਕਵਰੇਜ ਕਰ ਰਿਹਾ ਸਾਡੇ ਬਜ਼ੁਰਗ ਕੋਈ ਬੱਸ ਅੱਡੇ ਤੇ ਬੈਠਾ ਜਿਹੜੇ ਉੱਥੇ ਬਚੇ ਹੋਏ ਆ ਸਾਰੇ ਸਮਾਰਟਫੋਨ ਸਭ ਬਾਪੂ ਨੂੰ ਚਲਾਉਣੇ ਆ ਗਏ ਆ ਸਭ ਦੇਖੀ ਜਾਂਦੇ ਆ ਕੀ ਹੋਈ ਜਾਂਦਾ ਪਲ ਪਲ ਦਿੱਲੀ 'ਚ ਇਹਦੇ ਲਈ ਇਹ ਜ਼ਰੂਰੀ ਹੋ ਗਿਆ ਕਿ ਜਿਹੜੇ ਵੀ ਕੋਈ ਦੇਸ਼ ਵਿਦੇਸ਼ 'ਚ ਦੇਖ ਰਹੇ ਆ ਪੰਜਾਬੀ ਮਾਂ ਬੋਲੀ ਆ ਬਹੁਤ ਵਧੀਆ ਗੱਲ ਆ ਪਰ ਇਸ ਵੇਲੇ ਇਹ ਜ਼ਰੂਰਤ ਹੈਗੀ ਆ ਕਿ ਅਸੀਂ ਪੰਜਾਬੀ ਭਾਸ਼ਾ ਤੋਂ ਬਿਨਾਂ ਜੇ ਅਸੀਂ ਚਾਹੁੰਦੇ ਆ ਕਿ ਸੰਸਾਰ ਭਰ ਦੇ ਵਿੱਚ ਸਾਡੀ ਗੱਲ ਪਹੁੰਚ ਜਾਵੇ ਵੱਧ ਤੋਂ ਵੱਧ ਜਿਹੜਾ ਮੈਸੇਜ ਹੈਗੇ ਆ ਵੱਧ ਤੋਂ ਵੱਧ ਜਿਹੜੀ ਗੱਲਬਾਤ ਹੈਗੀ ਆ ਉਹ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਲੋਕਾਂ ਤੱਕ ਪਹੁੰਚਾ ਦਈਏ ਕਿਉਂਕਿ ਜੇ ਅਸੀਂ ਨੈਸ਼ਨਲ ਮੀਡੀਆ ਤੋਂ ਉਮੀਦ ਕਰਾਂਗੇ ਉਹ ਨਹੀਂ ਸਾਨੂੰ ਜੇ ਪੰਜਾਬੀ ਮੀਡੀਆ ਦੀ ਕਵਰੇਜ ਕਰਕੇ ਕਿਉਂਕਿ ਸਾਡੇ ਕੋਲ ਧੜਾ ਧੜ ਚੈਨਲਾਂ ਦੀ ਵੀਡੀਓ ਆਈ ਜਾਂਦੀ ਸਾਨੂੰ ਇਹ ਲੱਗਦਾ ਉਹ ਵੀ ਬਹੁਤ ਗੱਲ ਫੈਲ ਰਹੀ ਆ ਨਹੀਂ ਉਹ ਸਿਰਫ ਪੰਜਾਬ 'ਚ ਘੁੰਮ ਰਹੀ ਆ ਜਾਂ ਜਿੱਥੇ ਜਿੱਥੇ ਪੰਜਾਬੀ ਬੈਠੇ ਉੱਥੇ ਘੁੰਮ ਰਹੀ ਆ ਜਿਨ੍ਹਾਂ ਨੂੰ ਸਾਡੀ ਭਾਸ਼ਾ ਦੀ ਸਮਝ ਹੀ ਨਹੀਂ ਉਹ ਵਿਚਾਰਿਆਂ ਤੱਕ ਸਾਡੀ ਗੱਲ ਹੀ ਨਹੀਂ ਪਹੁੰਚ ਰਹੀ ਤੇ ਉਹਨਾਂ ਨੂੰ ਨੈਸ਼ਨਲ ਮੀਡੀਆ ਹਿੰਦੀ ਪੰਜਾਬੀ 'ਚ ਹਿੰਦੀ ਔਰ ਇੰਗਲਿਸ਼ ਦੇ ਵਿੱਚ ਕੀ ਭੇਜ ਰਿਹਾ ਵਾ ਉਹਦੇ ਤੋਂ ਕੋਈ ਵੀ ਜਿਹੜਾ ਅਣਜਾਣ ਨਹੀਂ ਹੈਗਾ ਇਹ ਇੱਕ ਬਹੁਤ ਜ਼ਰੂਰੀ ਹੈ ਕਿ ਜਿਹੜੇ ਬਾਹਰ ਬੈਠੇ ਆ ਉਹ ਮਤਲਬ ਉਹਨਾਂ ਨੂੰ ਐਂ ਲੱਗਦਾ ਕਿ ਅਸੀਂ ਉੱਡ ਕੇ ਆ ਜਾਈਏ ਕਿੰਨੇ ਸੁਨੇਹੇ ਆਉਂਦੇ ਅਸੀਂ 4 ਘੰਟੇ ਸੌਂਦੇ ਅਸੀਂ ਹੁਣ ਲਾਈਵ ਹੋਏ ਤੇ ਰਾਤ ਨੂੰ ਤਾਂ ਕੋਈ ਰਿਸਪੌਂਸ ਨਹੀਂ ਮਿਲਦਾ ਪਰ ਫੋਰਨ ਵਾਲੇ ਬੈਠੇ ਆ ਉਹ ਸਾਨੂੰ ਕੋਈ ਨਾ ਕੋਈ ਰਿਸਪੌਂਸ ਦੇਈ ਜਾਂਦੇ ਆ ਸੋ ਇਹ ਬਹੁਤ ਜ਼ਰੂਰੀ ਆ ਕਿ ਜਿਨ੍ਹਾਂ ਨੂੰ ਲੱਗਦਾ ਜੋ ਇੱਥੇ ਨਹੀਂ ਪਹੁੰਚ ਸਕਦੇ ਤਾਂ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਜਿੰਨਾ ਵੀ ਜਿਹੜਾ ਭੇਜ ਸਕਦੇ ਆ ਸਪੈਸ਼ਲੀ ਟਵਿੱਟਰ ਦੇ ਉੱਤੇ ਜਿੰਨੀ ਵੀ ਆਪਣੀ ਗੱਲ ਕਹਿ ਸਕਦੇ ਉਹ ਕਹਿਣੀ ਚਾਹੀਦੀ ਆ ਇਹਦੇ ਵਿੱਚ ਫਿਰ ਮੀਡੀਆ ਦੇ ਨਾਲ ਹੁਣ ਤਾਂ ਮੀਡੀਆ ਦੇਖੋ ਸਾਰੇ ਹੀ ਆ ਜੀ ਹੱਥ 'ਚ ਸਮਾਰਟਫੋਨ ਆ ਸਾਰੇ ਮੀਡੀਆ ਔਰ ਇੰਨੀ ਕਈ ਤਾਂ ਮੈਂ ਦੇਖਿਆ ਵੀਰ ਜੀ ਉਹ ਪ੍ਰੋਫੈਸ਼ਨਲ ਪੱਤਰਕਾਰ ਨਹੀਂ ਹੈਗੇ 2-3 ਵੀਰੇ ਉਹ ਇੰਨੀ ਜ਼ਬਰਦਸਤ ਇੱਕ ਜਿਵੇਂ ਕਬੱਡੀ ਦੇ ਵਿੱਚ ਕਮੈਂਟਰੀ ਨਹੀਂ ਕਰ ਦਿੰਦੇ ਖੂਨ ਖੋਲਣ ਲਾ ਦਿੰਦੇ ਆ ਔਰ ਕਮਾਲ ਦੀਆਂ ਚੀਜ਼ਾਂ ਦਿਖਾ ਰਹੇ ਆ ਜਿੱਥੇ ਜਿਹੜੇ ਆ ਵਧੀਆ ਜਿਹੜੇ ਕੈਮਰਾ ਵਾਲੇ ਮੀਡੀਆ ਨਹੀਂ ਪਹੁੰਚ ਪਾ ਰਹੇਗੇ ਸੋ ਹੁਣ ਤਾਂ ਸਾਰੇ ਮੀਡੀਆ ਤੇ ਜ਼ਰੂਰੀ ਹੈ ਕਿ ਇਹਦੀ ਬਹੁਤ ਸੋਹਣੇ ਤਰੀਕੇ ਨਾਲ ਵਰਤੋਂ ਕਰੀਏ ਤੇ ਜਿਹੜੇ ਕੋਈ ਰੋਂਗ ਮਨਸੂਬੇ ਲੈ ਕੇ ਸਾਡੇ ਵਿੱਚ ਕੁਝ ਵੱਢ ਰਹੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਸਫਲ ਨਾ ਹੋਣ ਦੇਈਏ ਕਿਉਂਕਿ ਸਾਡੇ ਕੋਲ ਨੈਟਵਰਕ ਬਹੁਤ ਚੰਗਾ ਹੈ ਤੇ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਵੀ ਹਜੇ ਵੀ ਜਿਹੜੇ ਮੋਦੀ ਸਾਹਿਬ ਕਿਤੇ ਨਾ ਕਿਤੇ ਡਰੇ ਹੋਏ ਆ ਡਰਦੇ ਨੇ ਹਜੇ ਤੱਕ ਨੈਟ ਨਹੀਂ ਬੰਦ ਕੀਤਾ ਇਹ ਬੜੀ ਹੈਰਾਨੀ ਦੀ ਗੱਲ ਆ ਹਨਾ ਤੇ ਚੰਗੀ ਗੱਲ ਹੈ ਉਸ ਤੋਂ ਪਹਿਲਾਂ ਜਿੰਨੇ ਪੋਜ਼ਿਟਿਵ ਮੈਸੇਜ ਪਹੁੰਚਾਦੇ ਆ ਪੰਜਾਬੀ ਮਾਂ ਬੋਲੀ ਤੋਂ ਬਿਨਾਂ ਇਸ ਵੇਲੇ ਜ਼ਰੂਰਤ ਹੈ ਕਿ ਜਿੰਨੀਆਂ ਹੋਰ ਭਾਸ਼ਾਵਾਂ 'ਚ ਸਾਡੀ ਗੱਲ ਰੱਖ ਸਕਦੇ ਹੋ ਰੱਖ ਦਈਏ ਨੈਟ ਕਿਉਂ ਨਹੀਂ ਬੰਦ ਕੀਤਾ ਕਿਤੇ ਇਹ ਤਾਂ ਨਹੀਂ ਹੈਗਾ ਜਿਨ੍ਹਾਂ ਨੂੰ ਮੋਦੀ ਸਾਹਿਬ ਨੇ ਫਾਇਦਾ ਦਿਵਾਇਆ ਹੋਇਆ ਤੇ ਉਹਨਾਂ ਦਾ ਹੀ ਨੈਟ ਹੈ ਅੰਬਾਨੀਆਂ ਦਾ ਹੀ ਨੈਟ ਹੈ ਵੀ ਉਹ ਵੱਡਾ ਘਾਟਾ ਉਹਨਾਂ ਨੂੰ ਹੀ ਪੈਣਾ ਫਿਰ ਬਿਲਕੁਲ ਹਾਂ ਉਧਰੋਂ ਵੀ ਤਾਂ ਜਿਹੜੇ ਪੈਸੇ ਚਾਹੀਦੇ ਅਸੀਂ ਪਿੱਛੇ ਦੇਖਿਆ ਸੀ ਰਸਤੇ ਦੇਖਦੇ ਆ ਰਹੇ ਸੀਗੇ ਕਿ ਜਿਹੜੇ ਰਸਤੇ ਪੱਟੇ ਗਏ ਸੀਗੇ ਜਿਹੜੇ ਟੋਹੇ ਪਾਏ ਗਏ ਸੀ ਜਾਂ ਵੱਡੇ ਵੱਡੇ ਪੱਥਰ ਸਿੱਟੇ ਗਏ ਸੀਗੇ ਅਸੀਂ ਬਹੁਤ ਐਕਸਾਈਟਡ ਹੋ ਗਏ ਸਾਨੂੰ ਕਿਤੇ ਲੱਗਿਆ ਵੀ ਅੱਗੇ ਥੋੜਾ ਜਿਹਾ ਜਾਮ ਲੱਗ ਗਿਆ ਸਾਨੂੰ ਲੱਗਿਆ ਕਿ ਉਹ ਹੋਊਗਾ ਅਸੀਂ ਸਾਰੇ ਬੜੇ ਐਕਸਾਈਟਡ ਹੋ ਗਏ ਅਸੀਂ ਉੱਤਰ ਕੇ ਉਸ ਜਗ੍ਹਾ ਨੂੰ ਨਮਸਕਾਰ ਸਾਡੇ ਲਈ ਤਾਂ ਉਹ ਮਤਲਬ ਪੂਜਣਯੋਗ ਥਾਵਾਂ ਵਾ ਜਿੱਥੇ ਸਾਡੇ ਵੀਰ ਇੰਨਾ ਸੰਘਰਸ਼ ਕਰਕੇ ਉਹ ਸਭ ਕਲੀਅਰ ਕੀਤੇ ਪਏ ਆ ਮਤਲਬ ਔਰ ਦੂਜੀ ਚੀਜ਼ ਅਸੀਂ ਜ਼ਰਾ ਜਿੰਨਾ ਕੁਝ ਕਰ ਦਈਏ ਜੀ ਤੁਸੀਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਦਿੱਤਾ ਹੁਣ ਤੁਸੀਂ ਆਪ ਪਹੁੰਚਾਈਏ ਨੇ ਸਾਡਾ ਪੈਸਾ ਸਾਡੇ ਪੈਸੇ ਨਾਲ ਰੋਡ ਬਣਿਆ ਤੁਸੀਂ ਉਹ ਤੋੜੀ ਜਾਂਦੇ ਆ ਹੁਣ ਪਬਲਿਕ ਪ੍ਰਾਪਰਟੀ ਨੂੰ ਜੀ ਉਹ ਕਰ ਰਹੇ ਆ ਨਾ ਇਹ ਚੀਜ਼ਾਂ ਬਹੁਤ ਹੈਰਾਨ ਤੁਸੀਂ ਕਰੋਨਾ ਦੀ ਗੱਲ ਕੀਤੀ ਸੀਗੀ
ਹੁਣ ਕਰੋਨਾ ਫੈਲ ਰਿਹਾ ਤੇ ਜਦੋਂ 2-2 ਮਹੀਨੇ ਪਹਿਲਾਂ ਕਿਸਾਨ ਬੈਠੇ ਸੀ ਬੋਰੀਆਂ ਦੇ ਉੱਤੇ, ਪੱਲੀਆਂ ਦੇ ਉੱਤੇ ਨਾਲ ਲੱਗੇ ਬੈਠੇ, ਉਦੋਂ ਕਰੋਨਾ ਦਾ ਡਰ ਨਹੀਂ ਫੈਲਿਆ ਵੀ ਫਟਾਫਟ ਇਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਘਰੇ ਪਹੁੰਚਾਈਏ, ਯਾਰ ਕਰੋਨਾ ਫੈਲ ਜੂਗਾ। ਮਤਲਬ ਕਿੰਨਾ ਬੇਵਕੂਫ ਸਮਝ ਰੱਖਿਆ ਤੁਸੀਂ ਜੇ ਕਰੋਨਾ ਫੈਲ ਰਿਹਾ ਸੀ ਤਾਂ ਹਰਿਆਣੇ ਦੇ ਵਿੱਚ ਇੱਥੇ ਲਿਆ ਕੇ ਬਿਠਾਤੇ ਇਹਨਾਂ ਨੇ, ਸਗੋਂ ਕਹਿੰਦੇ ਵੀ ਹਰਿਆਣੇ ਨੂੰ ਜਲਦੀ ਸਟੇਟ ਨੂੰ ਅਸੀਂ ਤਾਂ ਆਪਣੀ ਨੂੰ ਬੇਲੀ ਕਰੀਏ, ਦਿੱਲੀ ਵਾਰ ਦੀ ਕੇਜਰੀਵਾਲ ਦੇ ਕੋਲ ਕਰੋਨਾ ਫੈਲੂਗਾ, ਹੁਣ ਤਾਂ ਇੱਥੇ ਬਿਠਾ ਲਏ ਇਹਨਾਂ ਨੇ। ਵੀ ਜੀ ਹੁਣ ਵੀ ਕਰੋਨਾ ਉਹਨਾਂ ਦੀ ਨਿਗਾਹ 'ਚ ਨਹੀਂ ਫੈਲ ਰਿਹਾ, ਉਹਨਾਂ ਦੀ ਨਿਗਾਹ 'ਚ ਮਤਲਬ ਹੁਣ ਜਦੋਂ ਤੁਸੀਂ ਟਰਾਲੀਆਂ ਤੇ ਉਹਨਾਂ ਦੇ ਰੋਡ ਬਲੌਕ ਕਰੀ ਬੈਠੇ ਆ, ਕਰੋਨਾ ਫੈਲ ਰਿਹਾ। ਤੁਸੀਂ ਉਹਨਾਂ ਦੇ ਕਹੇ ਇੱਕ ਗਰਾਊਂਡ ਦੇ ਵਿੱਚ ਜਾ ਕੇ ਕੈਦ ਹੋ ਜਾਓ, ਫਿਰ ਕਰੋਨਾ ਨਹੀਂ ਫੈਲੂਗਾ। ਮਤਲਬ ਹੈਰਾਨੀ ਦੀ ਗੱਲ ਆ, ਕਹਿਣਾ ਨਹੀਂ ਚਾਹੀਦਾ ਹੁੰਦਾ। ਮੈਂ ਕੱਲ ਹੀ ਪੋਸਟ ਕੀਤਾ ਸੀਗਾ ਵੀ ਇਹ ਬਹੁਤ ਸਾਡੇ ਬਜ਼ੁਰਗਾਂ ਦੀ ਉਮਰ ਦੇ ਆ ਜਿਹੜੇ ਇਹ ਦੇਸ਼ ਦੇ ਪ੍ਰਬੰਧਕ ਬੈਠੇ ਹੋਏ ਆ, ਔਰ ਸੱਚੀ ਮਜਬੂਰ ਕਰਦੇ ਆ ਗੰਦੀਆਂ ਗਾਲਾਂ ਕੱਢਣ ਨੂੰ ਕਿ ਇਹਨਾਂ ਨੂੰ ਦੁਤਕਾਰੀਏ, ਇਹਨਾਂ ਨੂੰ ਲਾਹਨਤਾਂ ਪਾਈਏ, ਜਦ ਕਿ ਸਾਡੇ ਪੰਜਾਬ ਦੇ ਵਿੱਚ ਇਸ ਉਮਰ ਦੇ ਬਜ਼ੁਰਗਾਂ ਨੂੰ ਬਾਪੂ ਜੀ ਕਹਿਣ ਦੇ ਬਿਨਾਂ ਸਰਦਾ ਨਹੀਂ ਆ। ਮਤਲਬ ਸਾਨੂੰ ਅੱਖਾਂ ਕੱਢਦੇ ਆ ਕਿ ਤੁਸੀਂ ਇਦਾਂ ਬੋਲ ਕਿਵੇਂ ਸਕਦੇ ਆ, ਔਰ ਇਹ ਲੋਕਾਂ ਨੇ ਕਮਾਲ ਦੀ ਗੱਲ ਹੈ। ਮਤਲਬ ਕਿਤੇ ਨਾ ਕਿਤੇ ਸੋਚ ਜਵਾਬ ਦੇ ਜਾਂਦੀ ਹੈ ਵੀ ਇਸ ਹੱਦ ਤੱਕ ਗਿਰਾਵਟ ਕਿੱਥੇ ਲੈ ਕੇ ਜਾਣਾ ਇੰਨਾ ਕੁਛ। ਤਾਂ ਲਾਨਤ ਸ਼ਬਦ ਵੀ ਬਹੁਤ ਛੋਟਾ ਲੱਗਦਾ ਹੈ ਇਹ ਸਾਰੀਆਂ ਹਰਕਤਾਂ ਤੇ, ਉਹਨਾਂ ਦੇ ਕੋਈ ਸ਼ਬਦ ਵੀ ਨਹੀਂ ਬਚੇ ਇਹੋ ਜਿਹੇ ਜੋ ਕਰ ਰਹੇ ਨੇ ਉਹ ਲੋਕ। ਬਸ ਇੱਕੋ ਖੁਸ਼ੀ ਹੈ ਰਾਜੇ ਵੀ ਯੂਥ ਆ ਗਿਆ ਹੈਨਾ, ਤੇ ਸਾਡੇ ਜਿਹੜੇ ਇਹਨਾਂ ਉਮਰਾਂ ਦੇ ਅਸੀਂ ਲੰਘ ਰਹੇ ਜਾਂ ਸਾਡੇ ਸਾਤੋਂ ਅਗਲੇ ਬਜ਼ੁਰਗ ਹੈ, ਉਹਨਾਂ ਦੀਆਂ ਉਮਰਾਂ ਹੋਰ ਵੱਧ ਗਈਆਂ। ਮੈਨੂੰ ਇਹ ਲੱਗਦਾ ਕਿ ਆਹ ਫਿਕਰ ਘਟ ਗਿਆ ਥੋੜਾ ਜਿਹਾ, ਜਿਹਨੂੰ ਇਹ ਐਂ ਕਹੀ ਜਾਂਦੇ ਆ ਕਿ ਪੰਜਾਬ ਜਾਂ ਹਰਿਆਣੇ ਦੇ ਜਿਹੜੇ ਨੌਜਵਾਨ ਹੈ ਤਾਂ ਨਸ਼ਈ ਹੋ ਗਏ, ਇਹ ਤਾਂ ਆਹ ਹੋ ਗਿਆ। ਜੇ ਕੁਛ ਸਾਡੇ ਬੱਚੇ ਭੁੱਲੇ ਭਟਕੇ ਨਸ਼ਿਆਂ ਤੇ ਲੱਗੇ ਵੀ ਸੀ, ਇਹਨਾਂ ਨੂੰ ਇਹ ਪੁੱਛਣ ਵਾਲਾ ਹੈ ਕਿ ਇਹਨਾਂ ਨੂੰ ਲਾਇਆ ਕਿਹਨੇ ਸੀ। ਡਿਗਰੀਆਂ ਲੈ ਕੇ ਬੱਚੇ ਨਸ਼ੇ ਕਰਦੇ ਸੀ, ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਰੁਜ਼ਗਾਰ ਨਹੀਂ। ਉਹ ਬਾਪੂਆਂ ਤੋਂ ਵਿਚਾਰੇ ਬਾਪੂ ਵੀ ਬੇਵਸ ਹੋ ਜਾਂਦੇ ਸੀ, ਘਰੋਂ ਬਾਪੂਆਂ ਤੋਂ ਗਾਲਾਂ ਪੈਂਦੀਆਂ ਸੀ, ਤੇਰੇ ਤੇ ਅਸੀਂ ਇੰਨੀ ਜ਼ਮੀਨ ਵੇਚ ਕੇ ਵੀ ਅਸੀਂ ਪੈਸਾ ਲਾਤਾ, ਤੈਨੂੰ ਨੌਕਰੀ ਕਿਉਂ ਨਹੀਂ। ਪਰ ਹੁਣ ਇਹਨਾਂ ਦੀ ਜੋਟੀ ਪੈ ਗਈ, ਸਾਡੇ ਬਾਪੂਆਂ ਦੀ, ਸਾਡੇ ਪੁੱਤਾਂ ਦੀ ਤੇ ਸਾਡੇ ਆਪਸ ਵਿੱਚ ਭੈਣ ਭਰਾਵਾਂ ਦੀ ਇਹ ਜੋਟੀ ਪੈ ਗਈ। ਤਨ ਦਾ ਨਸ਼ਾ ਛੱਡ ਕੇ ਮਨ ਦਾ ਨਸ਼ਾ ਲਗਾ ਲਿਆ ਹੁਣ। ਉਸ ਜੋਟੀ ਤੋਂ ਇਹ ਕੰਬੂਗੀ ਸਰਕਾਰ, ਉਸ ਜੋਟੀ ਤੋਂ ਇਹ ਕਿਉਂ ਕਾਰਪੋਰੇਟ ਘਰਾਣਿਆਂ ਨੂੰ ਬਚਾਉਣਾ ਚਾਹੁੰਦੇ ਨੇ। ਤੇ ਮੈਨੂੰ ਇਹ ਖੁਸ਼ੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਆਉਣੀਆਂ, ਸਾਡਾ ਯੂਥ, ਸਾਡੇ ਬਜ਼ੁਰਗ, ਜਿਵੇਂ ਬਜ਼ੁਰਗ ਪਹਿਲਾਂ ਇਹੀ ਕਹੀ ਜਾਂਦੇ ਸੀ, ਨਾ ਪੁੱਤ ਇਹ ਤਾਂ ਸਾਡਾ ਤਾਂ ਇਹ ਪੰਥ ਹੈ, ਅਸੀਂ ਤਾਂ ਪੰਥ ਨੂੰ ਵੋਟ ਪਾਉਣੀ ਹੈ। ਪੰਥ ਨੂੰ ਨਹੀਂ ਵੋਟ ਪਾਉਣੀ, ਵੋਟ ਕਿਸੇ ਬੰਦੇ ਨੂੰ ਪਾਉਣੀ ਹੈ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਆਸ ਕਰੂੰਗੀ ਕਿ ਜਿਹੜੇ ਮੇਰੇ ਲੋਕ ਹੈ, ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਖਦੇੜਨ, ਜਿਨ੍ਹਾਂ ਨੇ ਸਾਡੀ ਇਹ ਨੌਬਤ ਅੱਜ ਕੀਤੀ ਹੈ। ਮੰਨਦੇ ਹੋ ਵੀ ਆਪਣੀ ਪਾਰਟੀ ਦੇ ਵਿੱਚੋਂ, ਇਸ ਸੰਘਰਸ਼ ਚੋਂ ਇੱਕ ਖੇਤਰੀ ਪਾਰਟੀ ਪੰਜਾਬ ਨੂੰ, ਇੱਕ ਪਾਰਟੀ, ਰਾਜਨੀਤਿਕ ਪਾਰਟੀ ਦੀ ਲੋੜ ਹੈ, ਨਿਕਲਣੀ ਚਾਹੀਦੀ ਹੈ? ਹਾਂ ਚਲੋ, ਇਹ ਸਾਨੂੰ ਲੱਗਦਾ ਕਿ ਇਹਦਾ ਕੋਈ ਬਦਲ ਤਾਂ ਲੋਕਾਂ ਨੂੰ ਦੇਣਾ ਹੀ ਪਊਗਾ ਨਾ, ਵੀ ਸਾਡੇ ਲੋਕਾਂ ਨੂੰ ਕੋਈ ਬਦਲ ਮਿਲੇ ਤਾਂ ਕਿ ਚਲੋ ਸਾਡੇ ਜਿਹੜੇ ਸਿਆਣੇ ਆਗੂ ਆ ਉਹ ਇਹ ਗੱਲਾਂ ਕੋਈ ਕੱਢਣ, ਤਾਂ ਕਿ ਜਿਹੜੇ ਲੋਕ ਹੈ ਮੁੜ ਕੇ ਫੇਰ ਇਹੋ ਜਿਹੇ ਚੋਰ ਸਾਡੀ ਰਾਜਗੱਦੀਆਂ ਤੇ ਨਾ ਬੈਠਣ। ਬਿਲਕੁਲ ਜੀ, ਅਸੀਂ ਸਮਾਪਤੀ ਵੱਲ ਵਧਦੇ ਹਾਂ, ਪਰ ਇੱਥੇ ਕੁਝ ਜਦੋਂ ਆਪਾਂ ਇੰਟਰਵਿਊ ਸ਼ੁਰੂ ਕੀਤੀ ਸੀ ਤਾਂ ਇਹ ਬੈਠੇ ਸੀਗੇ, ਪਰ ਹੁਣ ਇੱਕ ਕਾਫਲਾ ਆ ਗਿਆ ਹੈ, ਬਜ਼ੁਰਗ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੰਨੀ ਉਮਰ ਹੋ ਗਈ ਬਾਪੂ ਜੀ? ਹੋ ਗਈ 66 ਸਾਲ ਦੀ। 66 ਸਾਲ ਦੇ ਵਿੱਚ ਇਸ ਤਰ੍ਹਾਂ ਡੇਰੇ ਲਾਏ ਕਿਤੇ? ਬੜੇ ਥਾਂ ਲੱਗੇ ਡੇਰੇ ਜੀ। ਕਿੱਥੇ ਕਿੱਥੇ ਜੀ? ਹਾਂ, ਗੁਰਦਾਸਪੁਰ ਤੋਂ ਚੁਣਿਆ ਡੇਰੇ ਰਾਜ ਤੋਂ ਲੱਗੇ ਹੀ ਆ, ਕਦੇ ਪਤੇ ਲੱਗਾ, ਕੋਈ ਕਦੇ ਲੱਗਾ। ਅੱਛਾ, ਹਾਂਜੀ। ਤੇ ਹੁਣ ਮੈਡਮ ਹੋਰਾਂ ਦੀ ਗੱਲਾਂ ਸੁਣੀਆਂ ਜੀ ਤੁਸੀਂ? ਹਾਂਜੀ। ਠੀਕ, ਬਹੁਤ ਚੰਗੀਆਂ ਗੱਲਾਂ ਕੀਤੀਆਂ। ਹਾਂਜੀ ਬਾਪੂ ਜੀ, ਕੀ ਕਹਿੰਦੇ ਹੋ ਤੁਸੀਂ ਇਹਨਾਂ ਸੰਘਰਸ਼ਾਂ ਬਾਰੇ? ਸੰਘਰਸ਼ ਹੋਣੇ ਚਾਹੀਦੇ ਆ, ਮਤਲਬ ਇਸ ਵੇਲੇ ਟੌਪ ਤੇ ਗੱਲ ਪੁੱਜੀ ਆ, ਤੇ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਕਿਉਂ ਬੈਠੇ ਆ ਇੰਨੀ ਸਰਦੀ ਗਰਮੀ ਦੇ ਵਿੱਚ। ਲੋਕਾਂ ਦੀ ਜਦ ਮੁਸੀਬਤ ਹੈਗੀ ਆ, ਖਾਣ ਪੀਣ ਨੂੰ ਕੁਝ ਨਹੀਂ ਰਿਹਾ, ਉਹਨਾਂ ਦੇ ਸਭ ਕੁਝ ਹਥਿਆਇਆ ਜਾ ਰਿਹਾ, ਇਸ ਕਰਕੇ ਲੋਕ ਉੱਠੇ ਆ। ਕਿੱਥੋਂ ਆਏ ਤੁਸੀਂ? ਕਿੱਥੋਂ ਆਏ? ਮੈਂ ਅਨੰਦਪੁਰ ਸਾਹਿਬ ਤੋਂ ਆਇਆ, ਨੂਰਪੁਰ ਬਲਾਕ ਆ ਮੇਰਾ। ਅੱਛਾ ਜੀ। ਹਾਂਜੀ। ਤੁਸੀਂ ਜੀ ਹਾਂਜੀ, ਕਹਾਂ ਕਿੱਥੋਂ ਆਏ ਹੋ ਜੀ? ਤੁਸੀਂ ਕਿੱਥੋਂ? ਹਰਪਾਲਪੁਰ ਦੇ ਜੀ। ਕਿਹੜਾ ਜ਼ਿਲ੍ਹਾ ਜੀ? ਪਟਿਆਲਾ। ਪਟਿਆਲੇ ਤੋਂ। ਹਾਂਜੀ, ਅਨੰਦਪੁਰ ਸਾਹਿਬ ਆਈ ਜੀ। ਠੀਕ ਹੈ ਜੀ। ਸੋ ਬਹੁਤ ਵਧੀਆ ਗੱਲਾਂ ਮੈਡਮ ਹੋਰਾਂ ਨੇ ਕੀਤੀਆਂ ਨੇ। ਸੋ ਸਾਨੂੰ ਵੀ ਸੋਚਣਾ ਪਊਗਾ, ਜਿਨ੍ਹਾਂ ਨੂੰ ਨਸ਼ੇੜੀ ਦੱਸਿਆ ਜਾਂਦਾ ਸੀਗਾ ਉਹ ਕਿਵੇਂ ਦੇ ਨਸ਼ੇੜੀ ਨਿਕਲੇ ਨੇ, ਤਾਂ ਉਹਨਾਂ ਨਸ਼ੇੜੀ ਦੱਸਣ ਵਾਲੇ ਲੋਕਾਂ ਦੇ ਮੂੰਹ ਦੇ ਉੱਤੇ ਪੰਜਾਬ ਦੇ ਇਹਨਾਂ ਜਵਾਨਾਂ ਨੇ, ਇਹਨਾਂ ਯੋਧਿਆਂ ਨੇ ਇੱਕ ਕਰਾਰੀ ਚਪੇੜ ਜੜੀ ਹੈ। ਤੇ ਹੁਣ ਇਹੀ ਉਮੀਦਾਂ ਅਸੀਂ ਸਾਰੀ ਲਗਾਈ ਬੈਠੇ ਹਾਂ ਵੀ ਬਹੁਤ ਜਲਦ ਮਿਸ਼ਨ ਫਤਿਹ ਕਰਕੇ
ਜੈਕਾਰਿਆਂ ਦੀ ਗੂੰਜ ਦੇ ਵਿੱਚ ਵਾਪਸ ਪੰਜਾਬ ਪਰਤਾਂਗੇ। ਅੱਜ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਸੋ ਜਾਂਦੇ ਜਾਂਦੇ ਅਸੀਂ ਤੁਹਾਨੂੰ ਸਭਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਕੁੰਡਲੀ ਪਾਊਡਰ।